ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ, ਨਮੋ ਬੁੱਧਾਏ, ਸਲਾਮ ਅਲੈਕਮ, ਜੈ ਮਸੀਹ। ਆਜੋ ਅੱਜ ਆਪਾਂ ਗੱਲਬਾਤ ਕਰਾਂਗੇ ਕਿਸਾਨ ਮਜ਼ਦੂਰ ਏਕਤਾ ਅੰਦੋਲਨ। ਇਹਦੇ ਬਾਰੇ ਆਪਾਂ ਐਨਾਲਿਸਿਸ ਅੱਜ ਫੇਰ ਕਰਾਂਗੇ। ਆ ਜਾਓ ਮੇਰਾ ਵੀਰ, ਇਕੱਠੇ ਹੋਵੋ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਮੇਰੇ ਵੀਰੋ, ਸਟੇਜਾਂ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਲੱਗ ਰਹੀ ਆ, ਤੇ ਜੋ ਹੋਣੀ ਵੀ ਚਾਹੀਦੀ ਆ। ਕਿਸਾਨ ਵੀ ਮਜ਼ਦੂਰ ਹੈ ਤੇ ਮਜ਼ਦੂਰ ਹੀ ਕਿਸਾਨ ਹੈ। ਕਿਸਾਨ ਤੇ ਮਜ਼ਦੂਰ ਵਿੱਚ ਕੋਈ ਫਰਕ ਨਹੀਂ, ਕਿਉਂਕਿ ਜਿਹੜੀ ਧਰਤੀ ਆ ਜੁਗਾਂ ਜੁਗਾਂਤਰਾਂ ਤੋਂ ਇੱਥੇ ਪਈ ਆ, ਇਹਦਾ ਕੋਈ ਮਾਲਕ ਨਹੀਂ ਬਣਿਆ। ਸਿਰਫ ਟਾਈਮ ਟੂ ਟਾਈਮ ਇਨਸਾਨ ਇਸ ਧਰਤੀ ਤੇ ਆਉਂਦਾ, ਟਾਈਮ ਟੂ ਟਾਈਮ ਮਲਕੀਅਤ ਉਹਦਾ ਮਾਲਕ ਬਣਦਾ ਤੇ ਆਪਣਾ ਰੋਟੀ ਪਾਣੀ ਖਾ ਕੇ ਚਲੇ ਜਾਂਦਾ। ਬੇਸਿਕਲੀ ਇਹ ਤੁਹਾਡੇ ਫੰਡਾਮੈਂਟਲ ਮੌਲਿਕ ਅਧਿਕਾਰ ਉਹਨਾਂ ਦੀ ਲੜਾਈ ਹੈ। ਜਦੋਂ ਇਨਸਾਨ ਪੈਦਾ ਹੁੰਦਾ, ਉਹਨੂੰ ਪਾਣੀ ਦੀ ਵੀ ਲੋੜ ਆ, ਉਹਨੂੰ ਹਵਾ ਦੀ ਵੀ ਲੋੜ ਆ, ਉਹਨੂੰ ਐਜੂਕੇਸ਼ਨ ਦੀ ਵੀ ਲੋੜ ਹੈ, ਉਹਨੂੰ ਮਾਨ ਸਨਮਾਨ ਦਾ ਨਾਲ ਰਹਿਣ ਦੀ ਵੀ ਲੋੜ ਹੈ। ਤੇ ਇਸ ਵੇਲੇ ਤੁਹਾਡੇ ਫੰਡਾਮੈਂਟਲ ਜੋ ਰਾਈਟ ਹੈ, ਉਹਦੇ ਖੋਣ ਦੀ ਗੱਲ ਜੋ ਸਰਕਾਰ ਕਰ ਰਹੀ ਹੈ ਕਿ ਤੁਹਾਨੂੰ ਅਸੀਂ ਭਾਰ ਦੇ ਵਿੱਚ ਗੁਲਾਮ ਕਰਕੇ ਰੱਖਣਾ। ਤੁਸੀਂ ਜ਼ਮੀਨ ਦੇ ਮਾਲਕ ਨਹੀਂ ਬਣ ਸਕਦੇ, ਕਿਉਂਕਿ ਮਨੂ ਸਿਮਰਤੀ ਕਹਿੰਦੀ ਆ ਕਿ ਸ਼ੂਦਰ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ, ਸ਼ੂਦਰ ਘਰ ਨਹੀਂ ਬਣਾ ਸਕਦਾ, ਖੁੱਲੇ ਅਸਮਾਨਾਂ ਵਿੱਚ ਰਹੂਗਾ। ਇਹ ਆ ਮਨੂ ਸਿਮਰਤੀ ਕਹਿੰਦੀ। ਇਨੀ ਮਨੂ ਸਿਮਰਤੀ ਦੇ ਮੁਤਾਬਕ ਸਾਡੀਆਂ ਜ਼ਮੀਨਾਂ ਨੂੰ ਹੱਥ ਪਾਇਆ। ਇਸ ਗੱਲ ਦੀ ਸਮਝ ਮੈਂ ਮੋਦੀ ਦਾ ਪਹਿਲਾਂ ਧੰਨਵਾਦ ਕਰਦਾ ਇਸ ਗੱਲ ਤੋਂ ਕਿ ਮੋਦੀ ਨੇ ਅਹਿਸਾਸ ਕਰਾ ਦਿੱਤਾ ਭਾਰਤ ਦੇ ਕਿਸਾਨਾਂ ਨੂੰ ਕਿ ਤੁਸੀਂ ਸ਼ੂਦਰ ਹੈ, ਤੁਸੀਂ ਗੁਲਾਮ ਹੈ। ਮਨੂ ਸਿਮਰਤੀ ਦੇ ਮੁਤਾਬਕ ਤੁਸੀਂ ਜ਼ਮੀਨਾਂ ਨਹੀਂ ਰੱਖ ਸਕਦੇ। ਇਹ ਮੋਦੀ ਦਾ ਧੰਨਵਾਦ ਆ ਕਿ ਸਾਨੂੰ ਇਕੱਠੇ ਕਰ ਦਿੱਤਾ। ਨਹੀਂ ਤਾਂ ਇਹ ਭਰਾ ਸਾਡੇ ਹੀ ਭਰਾ ਸਾਨੂੰ ਸ਼ੂਦਰ ਸਮਝਦੇ ਸੀ, ਤਾਂ ਆਪ ਇਹ ਬ੍ਰਾਹਮਣ ਨਾਲ ਰਲੇ ਹੋਏ ਸੀ। ਆਪ ਆਪਣੇ ਆਪ ਨੂੰ ਧੱਕੇ ਨਾਲ ਉੱਚੀ ਜਾਤੀ ਦਾ ਮੰਨੇ ਜਾਂਦੇ ਸੀ, ਤੇ ਦੂਜਿਆਂ ਵੀਰਾਂ ਨੂੰ ਜਿਨ੍ਹਾਂ ਨੂੰ ਬ੍ਰਾਹਮਣ ਦਲਿਤ ਕਹਿੰਦਾ, ਉਹਨਾਂ ਨੂੰ ਇਹ ਦਲਿਤ ਹੀ ਸਮਝਦੇ ਸੀ, ਜਾਂ ਛੋਟੀ ਜਾਤ ਦਾ ਜਾਂ ਗਰੀਬੜਾ। ਤਾਂ ਕਿਸੇ ਨਾ ਕਿਸੇ ਜਾਣ ਕੇ ਥਾਂ ਤੇ ਜਾ ਕੇ ਇਹ ਅੰਦਰ ਨਫ਼ਰਤ ਪਾਲੀ ਬੈਠੇ ਸੀ ਬ੍ਰਾਹਮਣ ਦੇ ਮਗਰ ਲੱਗ ਕੇ। ਪਰ ਅੱਜ ਮੋਦੀ ਦਾ ਮੈਂ ਧੰਨਵਾਦ ਕਰਦਾ, RSS ਦਾ ਧੰਨਵਾਦ ਕਰਦਾ, ਬ੍ਰਾਹਮਣੀ ਜਥੇ ਬ੍ਰਾਹਮਣੀਕਲ ਜੋ ਸਿਸਟਮ ਹੈ ਉਹਦਾ ਧੰਨਵਾਦ ਕਰਦਾ ਕਿ ਸਾਡੇ ਭਰਾਵਾਂ ਨੂੰ ਅਹਿਸਾਸ ਕਰਾ ਦਿੱਤਾ ਕਿ ਉਹ ਸ਼ੂਦਰ ਨੇ, ਕਿ ਜ਼ਮੀਨ ਰੱਖਣ ਦਾ ਉਹਨਾਂ ਨੂੰ ਅਧਿਕਾਰ ਨਹੀਂ। ਤੇ ਉਹਦਾ ਧੰਨਵਾਦ ਹੈ। ਪਰ ਇਹ ਧੰਨਵਾਦ ਇਸ ਕਰਕੇ ਵੀ ਆ ਕਿ ਸਾਡਾ ਏਕਾ ਹੋ ਗਿਆ। ਅੰਬੇਡਕਰ ਜਥੇਬੰਦੀਆਂ ਜਿਹੜੀਆਂ ਕੱਲੀਆਂ ਜੰਗ ਲੜਦੀਆਂ ਸੀ, ਅੱਜ ਉਹ ਸਾਹਮਣੇ ਆ ਗਈਆਂ। ਤੇ ਇਹ ਵੀ ਮੇਰੇ ਵੀਰ ਇਕੱਲੇ ਆਪਣੀ ਅਲੱਗ ਸਟੇਟ ਦੇ ਵਿੱਚ ਲੜਦੇ ਸੀ। ਇੰਡੀਆ ਲੈਵਲ ਦਾ 52% ਲੋਕ, ਇਹਨਾਂ ਕੋਲ ਕੋਈ ਸੰਗਠਨ ਨਹੀਂ ਹੈਗਾ। ਜਿਹੜੇ ਕਿਸਾਨ ਹੈ ਨਾ, ਜਿਨ੍ਹਾਂ ਨੂੰ ਬ੍ਰਾਹਮਣ ਉੱਚੀਆਂ ਜਾਤਾਂ ਦੇ ਕਹਿੰਦਾ, ਜਿਹੜੇ 3743 ਜਾਤਾਂ ਦੇ ਲੋਕ ਆ, ਇਹਨਾਂ ਦੇ ਕੋਲ ਇੰਡੀਆ ਲੈਵਲ ਦਾ ਸੰਗਠਨ ਨਹੀਂ ਹੈਗਾ ਕੋਈ ਵੀ। ਇਹ ਖੇਤਰੀ ਪਾਰਟੀਆਂ ਵਿੱਚ ਬ੍ਰਾਹਮਣੀ ਪਾਰਟੀਆਂ ਨੂੰ ਮਦਦ ਕਰਕੇ ਸਰਕਾਰਾਂ ਬਣਾਉਂਦੇ ਆ ਤੇ ਦਲਿਤਾਂ ਨੂੰ ਦਬਾ ਕੇ ਰੱਖਦੇ ਸੀ। ਤੇ ਅੱਜ ਦਲਿਤਾਂ ਦੇ ਨੈਸ਼ਨਲ ਲੈਵਲ ਦੇ ਸੰਗਠਨ ਹੈ, ਅੱਜ ਉਹ ਨੈਸ਼ਨਲ ਲੈਵਲ ਦੇ ਸੰਗਠਨ ਇਹਨਾਂ ਦੇ ਹੱਕ ਚ ਆਏ ਆ, ਤੇ ਅੱਜ ਇਹਨਾਂ ਦੀ ਏਕਤਾ ਹੋ ਰਹੀ ਆ। ਤੇ ਇਹ ਸੰਵਿਧਾਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਆ, ਬਾਬਾ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਇਹ RSS ਦਾ ਬੜਾ ਧੰਨਵਾਦ ਆ ਕਿ ਅਸੀਂ ਇਕੱਠੇ ਹੋ ਗਏ। ਲੜਾਈ ਹਰ ਹਾਲਤ ਵਿੱਚ ਜਿੱਤੀ ਜਾਣੀ ਆ। ਲੜਾਈ ਦਾ ਤੁਸੀਂ ਭੁੱਲ ਜਾਓ ਕਿ ਜੰਗ ਬ੍ਰਾਹਮਣ ਜਿੱਤ ਜਾਊਗਾ। ਤੁਹਾਨੂੰ ਇਹ ਜਦੋਂ ਅਹਿਸਾਸ ਹੋ ਰਿਹਾ ਕਿ ਅਸੀਂ 85% ਹੈ, ਤੁਹਾਨੂੰ ਉਹਨੇ ਇਹ ਅਹਿਸਾਸ ਕਰਾ ਦਿੱਤਾ ਕਿ ਤੁਸੀਂ 6743 ਜਾਤਾਂ ਦੇ ਲੋਕ ਸ਼ੂਦਰ ਹੈ, ਤੁਸੀਂ ਸਾਡੇ ਗੁਲਾਮ ਹੈ। ਇਹੀ ਉਹਦਾ ਧੰਨਵਾਦ ਹੈ। ਇਸ ਕਰਕੇ ਜੋ ਜੰਗ ਹੈ ਹਰ ਹਾਲਤ ਵਿੱਚ ਜਿੱਤਾਂਗੇ, ਹਰ ਹਾਲਤ ਵਿੱਚ ਜਿੱਤੀ ਜਾਊਗੀ। ਪਰ ਇੱਥੇ ਮੈਂ ਜੋ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਦੀਆਂ, ਉਹਨਾਂ ਦੀ ਮੈਂ ਥੋੜਾ ਜਿਹਾ ਜੋ ਮੰਗਾਂ ਹੋਰ ਐਡ ਨਹੀਂ ਕਰ ਰਿਹਾ, ਉਸ ਗੱਲ ਤੋਂ ਮੈਂ ਬੜਾ ਹੈਰਾਨ ਹੈ
ਕਿ ਉਹ ਕਿਉਂ ਨਹੀਂ ਐਡ ਕਰ ਰਹੇ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦਾ ਮਸਲਾ ਉਹ ਕਿਉਂ ਨਹੀਂ ਲੈ ਕੇ ਆ ਰਹੇ। ਸੰਵਿਧਾਨ ਦੇ ਵਿੱਚ 52% ਲੋਕਾਂ ਨੂੰ 52% ਹਿੱਸੇਦਾਰੀ ਆ, ਉਹ ਮਸਲਾ ਕਿਉਂ ਨਹੀਂ ਲੈ ਕੇ ਆ ਰਹੇ। ਜੋ ਪੰਚਾਇਤੀ ਜ਼ਮੀਨਾਂ ਦਲਿਤਾਂ ਨੂੰ ਦਿੱਤੀਆਂ ਜਾਣ, ਉਹ ਵੀ ਰੋਟੀ ਪਾਣੀ ਛਕਣ, ਉਹਨਾਂ ਨੂੰ ਵੀ ਕਿਸੇ ਦੇ ਖੇਤਾਂ ਦੇ ਵਿੱਚ ਜਾ ਕੇ ਰੰਬੇ ਨਾ ਲੈ ਕੇ ਜਾਣਾ ਪਵੇ, ਖੁਰਪੇ ਨਾ ਲੈ ਕੇ ਜਾਣਾ ਪਵੇ, ਤੇ ਉਹ ਵੀ ਚੰਗੀ ਤਰ੍ਹਾਂ ਰੋਟੀ ਪਾਣੀ ਖਾਣ। ਉਹ ਮੰਗਾਂ ਕਿਉਂ ਨਹੀਂ ਐਡ ਕਰ ਰਹੇ। ਕਿਉਂ ਨਹੀਂ ਐਜੂਕੇਸ਼ਨ ਦੀ ਗੱਲ ਕਰ ਰਿਹਾ ਕਿ ਜੋ ਸਰਕਾਰ ਪ੍ਰਾਈਵੇਟ ਸਕੂਲ ਹੈ, ਪ੍ਰਾਈਵੇਟ ਕਾਲਜ, ਪ੍ਰਾਈਵੇਟ ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਲੁੱਟ ਮਚਾਈ ਆ ਇਹਨਾਂ ਨੇ, ਉਹ ਬੰਦ ਕਰਕੇ ਸਾਰੇ ਸਰਕਾਰੀ ਕਾਲਜ, ਸਰਕਾਰੀ ਯੂਨੀਵਰਸਿਟੀਆਂ, ਸਰਕਾਰੀ ਸਕੂਲ ਹੋਣ ਤੇ ਉੱਥੇ ਵਧੀਆ ਪ੍ਰਬੰਧ ਹੋਵੇ ਤੇ ਸਾਰੇ ਜਾਤਾਂ ਦੇ ਲੋਕ ਇਹ ਇੱਕ ਥਾਂ ਪੜ੍ਹਨ ਤੇ ਸਰਕਾਰੀ ਹਸਪਤਾਲ ਹੀ ਹੋਣ, ਪ੍ਰਾਈਵੇਟ ਹਸਪਤਾਲ ਨਾ ਹੋਣ, ਤੇ ਅਮੀਰ ਤੋਂ ਲੈ ਕੇ ਗਰੀਬ ਦਾ ਇਲਾਜ ਹੋਵੇ ਤੇ ਉਹਦਾ ਜਾਂ ਇੰਸ਼ੋਰੈਂਸ ਦਾ ਪ੍ਰਬੰਧ ਕਰਨ, ਜਾਂ ਇਨਕਮ ਦੇ ਮੁਤਾਬਕ ਇੰਸ਼ੋਰੈਂਸ ਦਾ ਪ੍ਰਬੰਧ ਕਰਨ, ਤੇ ਜਾਂ ਇਨਕਮ ਮਿੱਥ ਕੇ ਵੀ ਜਿਹਦੀ ਇਹ ਤੋਂ ਘੱਟ ਇਨਕਮ ਆ ਉਹਦਾ ਫ੍ਰੀ ਇਲਾਜ ਦੀ ਗੱਲ ਕਰਨ, ਕਿਉਂਕਿ ਗਰੀਬ ਲੋਕ ਤਾਂ ਬਿਨਾਂ ਇਲਾਜ ਤੋਂ ਮਰ ਰਹੇ ਆ। ਇਹ ਸਾਰੇ ਤੁਹਾਡੇ ਮੌਲਿਕ ਅਧਿਕਾਰ ਨੇ, ਇਹ ਸਭ ਫੰਡਾਮੈਂਟਲ ਰਾਈਟ ਨੇ। ਕਿਸਾਨਾਂ ਦੀਆਂ ਸਿਰਫ 3 ਮੰਗਾਂ ਹੀ ਫੰਡਾਮੈਂਟਲ ਰਾਈਟ ਨਾਲ ਨਹੀਂ ਜੁੜੀਆਂ, ਇਹ ਵੀ ਤੁਹਾਡੇ ਫੰਡਾਮੈਂਟਲ ਰਾਈਟ ਨੇ। ਰੋਟੀ ਪਾਣੀ, ਰੋਟੀ ਕੱਪੜਾ ਔਰ ਮਕਾਨ, ਇਹ ਤੁਹਾਡੇ ਫੰਡਾਮੈਂਟਲ ਰਾਈਟ ਨੇ। ਕੋਈ ਵੀ ਇਨਸਾਨ ਫੁੱਟਪਾਥ ਤੇ ਝੁੱਗੀਆਂ ਝੌਂਪੜੀਆਂ ਵਿੱਚ ਨਹੀਂ ਰਹਿਣਾ ਚਾਹੀਦਾ, ਉਹਨਾਂ ਦੇ ਮਕਾਨ ਹੋਣੇ ਚਾਹੀਦੇ ਆ। ਹਰ ਇੱਕ ਬੰਦੇ ਦੇ ਇਲਾਜ ਦਾ ਪ੍ਰਬੰਧ ਹੋਣਾ ਚਾਹੀਦਾ, ਸਾਰੇ ਸਰਕਾਰੀ ਹਸਪਤਾਲ ਹੋਣੇ ਚਾਹੀਦੇ ਆ। ਤੇ ਐਜੂਕੇਸ਼ਨ, ਹਰੇਕ ਬੰਦੇ ਨੂੰ ਐਜੂਕੇਸ਼ਨ ਹੋਵੇ। ਮਿਲਟਰੀ ਦੇ ਵਿੱਚ ਇੱਕ ਕੰਟੀਨ ਤੇ ਉਹਦੇ ਵਿੱਚ ਉਹਨਾਂ ਦਾ ਸਾਰਾ ਜਿਹੜੀ ਇਹਨਾਂ ਨੇ ਖੋਲ੍ਹੀ ਆ ਪੈਨਸ਼ਨ ਵਗੈਰਾ, ਉਹ ਸਕੀਮ ਹੋਣੀ ਚਾਹੀਦੀ ਆ। ਤੇ ਇੱਕੋ ਤਰ੍ਹਾਂ ਦਾ ਫੂਡ, ਚਾਹੇ ਕੋਈ ਤਕੜਾ ਆਫੀਸਰ ਚਾਹੇ ਕੋਈ ਛੋਟਾ ਆਫੀਸਰ ਵਾ, ਸਾਰਿਆਂ ਨੂੰ ਇੱਕੋ ਤਰ੍ਹਾਂ ਦਾ ਫੂਡ। ਤੇ ਮਿਲਟਰੀ 에ਅਰ ਫੋਰਸ ਵਿੱਚ ਜਿਹੜੇ ਛੋਟੇ ਅਧਿਕਾਰੀ ਆ, ਦੂਜਿਆਂ ਦੀਆਂ ਉਹ ਬਿਸਤਰੇ ਕਰਦੇ ਆ। ਕਿਉਂ ਕਰਦੇ ਆ? ਕਿਉਂ ਗੁਲਾਮੀ ਦਾ ਸਿਸਟਮ ਚਲਾਇਆ ਮਿਲਟਰੀ ਦੇ ਵਿੱਚ। ਤੇ ਇਹ ਸਾਰੀਆਂ ਚੀਜ਼ਾਂ ਨੂੰ ਹੱਥ ਪਾਉਣਾ ਚਾਹੀਦਾ। ਜਿਹੜਾ ਇਹਨਾਂ ਨੇ ਸੰਵਿਧਾਨ ਨਹੀਂ ਅਜੇ ਤੱਕ ਲਾਗੂ ਕੀਤਾ, ਉਹ ਸੰਵਿਧਾਨ ਲਾਗੂ ਕਰਨਾ ਚਾਹੀਦਾ। ਜਿਹੜੇ 52% ਲੋਕ, 52% ਉਹਨਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਆ। ਤੇ ਭਾਰਤ ਦੇ ਵਿੱਚ 3.5% ਬ੍ਰਾਹਮਣ ਹੈ, ਤੇ ਭਾਰਤ ਦੀਆਂ ਜਿੰਨੀਆਂ ਵੀ ਜੌਬਾਂ ਆ, ਸਰਕਾਰੀ ਜੌਬਾਂ ਰੱਖ ਲਓ, ਉਹਨਾਂ ਵਿੱਚ ਦੇਖੋ ਕਿ 3.5% ਬ੍ਰਾਹਮਣ ਦੀ ਗਿਣਤੀ ਹੈਗੀ ਆ। ਜੇ 3.5% ਤੋਂ ਘੱਟ ਆ ਤਾਂ ਬ੍ਰਾਹਮਣਾਂ ਵਿੱਚੋਂ ਹੋਰ ਜੌਬਾਂ ਤੇ ਲਾਓ। ਜੇ ਬ੍ਰਾਹਮਣਾਂ ਦੀ ਗਿਣਤੀ 80% ਆ ਤਾਂ ਉਹਨਾਂ ਨੂੰ ਕੱਢੋ ਵਿੱਚੋਂ ਬਾਹਰ। ਬਾਕੀ ਜਿਹੜਾ 85% ਲਾਣਾ, ਉਹ ਕਿੱਥੇ ਜਾਣਾ? ਉਹਨਾਂ ਨੂੰ ਜੌਬਾਂ ਦਿਓ। IAS ਆਫੀਸਰਾਂ ਦੇ ਕਿੰਨੇ ਆ, ਜੁਡੀਸ਼ਰੀ ਵਿੱਚ ਕਿੰਨੇ % ਆ ਬ੍ਰਾਹਮਣ, ਇਹ ਸਾਰਾ ਹੀ ਗਿਣਤੀ ਕਰਕੇ ਜੋ ਸੰਵਿਧਾਨ ਦੇ ਮੁਤਾਬਕ 85% ਲੋਕਾਂ ਦੀ 85% ਹਿੱਸੇਦਾਰੀ ਤੇ 3.5% ਦੀ 3.5% ਬਰਖਤਰੀਆਂ ਵੈਸ਼ਾਂ ਜਿਹੜੇ ਆ 5-6 ਉਹਨਾਂ ਦੀ 19 ਹੋਣੀ ਚਾਹੀਦੀ ਆ। ਇਹ ਸੰਵਿਧਾਨ ਇਹ ਗੱਲਾਂ ਕਹਿੰਦਾ। ਇਹ ਕਿਉਂ ਕਹਿੰਦਾ ਮੈਂ ਬਹੁਤ ਵਾਰੀ ਦੱਸ ਚੁੱਕਾ, ਕਿਉਂਕਿ ਤੁਸੀਂ ਲੋਕ ਨਫ਼ਰਤ ਕਰਦੇ ਆ ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਵੀ ਤੁਸੀਂ ਲੋਕ ਨਫ਼ਰਤ ਕਰਦੇ ਆ। ਤੇ ਇਹ ਜਿਹੜੀਆਂ ਦੀਵਾਰਾਂ ਨੂੰ ਤੋੜਨ ਦੇ ਲਈ, ਜਾਤਾਂ ਨੂੰ ਤੋੜਨ ਦੇ ਲਈ, ਤੇ ਮਿੱਤਰੋ ਤੁਹਾਡੇ ਟਰੈਕ ਬਣਾਏ ਗਏ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਅਦਰ ਬੈਕਵਰਡ ਕਲਾਸਿਸ। ਅਦਰ ਬੈਕਵਰਡ ਕਲਾਸਿਸ ਵਿੱਚ 3743 ਜਾਤਾਂ ਆਉਂਦੀਆਂ ਤੇ ਬਾਕੀ ਜਾਤਾਂ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਵਿੱਚ ਆਉਂਦੀਆਂ। ਟਰੈਕ ਬਣਾ ਕੇ ਤੁਹਾਨੂੰ ਹਿੱਸੇਦਾਰੀ ਦਿੱਤੀ ਗਈ ਆ, ਪਰ ਅੱਜ ਬ੍ਰਾਹਮਣ 3.5%, ਘੱਟੋ ਘੱਟ 80% ਜੌਬਾਂ ਤੇ ਮਾਲਕ ਬਣ ਕੇ ਬੈਠਾ, 97% ਜੁਡੀਸ਼ਰੀ ਦੇ ਵਿੱਚ, ਔਰ 100% ਇਹ ਮੈਨੂੰ ਲੱਗਦਾ ਮੀਡੀਆ ਦੇ ਵਿੱਚ ਬੈਠਾ। ਤੇ ਇਸੇ ਕਰਕੇ ਜੋ ਮੀਡੀਆ ਹੈ ਉਹ ਸਾਰਾ ਸਰਕਾਰ ਦੀ ਗੱਲ ਕਰਦਾ, ਉਹ ਤੁਹਾਡੀ ਨਹੀਂ ਗੱਲ ਕਰਦਾ। ਮੀਡੀਆ ਦਾ ਫਰਜ਼ ਹੁੰਦਾ ਕਿ ਸਰਕਾਰ ਦੇ ਅਟੈਕ ਕਰਨਾ ਤੇ ਪਬਲਿਕ ਦੀ ਰੱਖਿਆ ਕਰਨਾ। ਇੱਦਾਂ ਹੀ ਜਿਹੜੀ ਜੁਡੀਸ਼ਰੀ ਹੁੰਦੀ ਆ, ਉਹਨੇ ਜੇ ਕੋਈ ਸਰਕਾਰ ਗਲਤ ਫੈਸਲਾ ਲਵੇ ਉਹਦੇ ਅਗੇਂਸਟ ਜਾ ਕੇ ਪਬਲਿਕ ਦੀ ਪ੍ਰੋਟੈਕਸ਼ਨ ਕਰਨਾ। ਇਹ ਜਿੰਨੇ ਵੀ 4 ਥੰਮ ਨੇ, ਇਹ ਸਿਰਫ ਪਬਲਿਕ ਦੇ ਲਈ ਨੇ, ਪਰ ਇਹ ਚਾਰੇ ਪਬਲਿਕ ਦੇ ਉਲਟ ਕੰਮ ਕਰਦੇ ਆ। ਕਿ ਇਹਨਾਂ ਦੇ ਪ੍ਰਤੀ ਕੋਈ ਕਾਨੂੰਨ ਹੈ ਮੀਡੀਆ ਪ੍ਰਤੀ? ਜੇ ਮੀਡੀਆ ਪਬਲਿਕ ਦੇ ਖਿਲਾਫ ਕੰਮ ਕਰਦਾ, ਕੀ ਇਹਨਾਂ ਨੂੰ ਜਵਾਬ ਦੇ ਬਣਾਇਆ ਜਾ ਸਕਦਾ? ਇਹ ਹੈ ਕੋਈ ਕਾਨੂੰਨ?
ਬਹੁਤ ਗੱਲਾਂ ਹੈ। ਇੰਡੀਆ ਨੂੰ ਸਮਾਲੀਆ ਬਣਾਇਆ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਵੱਡੀ ਸਿਵਲ ਵਾਰ ਹੋਊਗੀ ਜੇ ਇੰਡੀਆ ਦੀਆਂ ਹਾਈ ਪੋਸਟਾਂ ਦੇ ਉੱਪਰ ਕਮਾਂਡਿੰਗ ਪਾਵਰ ਬ੍ਰਾਹਮਣ ਲੈ ਕੇ ਬੈਠਾ ਤੇ ਉਹ ਤੁਹਾਨੂੰ ਗੁਲਾਮ ਕਰਨਾ ਚਾਹੁੰਦਾ। ਆਰਥਿਕ ਪੱਖੋਂ ਵੀ, ਸਮਾਜਿਕ ਪੱਖੋਂ ਵੀ, ਪੋਲੀਟੀਕਲ ਪੱਖੋਂ, ਸਾਰਿਆਂ ਪਾਸਿਆਂ ਤੋਂ ਤੁਹਾਨੂੰ ਗੁਲਾਮ ਕਰਨਾ ਚਾਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਵਲ ਵਾਰ ਹੋ ਸਕਦੀ ਆ। ਇਹਨੂੰ ਸੀਰੀਅਸ ਲਵੋ ਤੇ ਜੋ ਕਿਸਾਨ ਜਥੇਬੰਦੀਆਂ ਉਹਨਾਂ ਨਾਲ ਮੀਟਿੰਗਾਂ ਕਰੋ, ਅੰਬੇਡਕਰਾਈਜ਼ ਲੋਕ, ਉਹਨਾਂ ਨੂੰ ਦੱਸੋ ਭਾਈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਿਹੜੀਆਂ ਉਹਨਾਂ ਦੇ ਬਾਰੇ, ਉਹਨਾਂ ਦੀ ਬੈਨ ਕਰਨ ਦੇ ਬਾਰੇ ਗੱਲ ਕਰੋ। ਇਹ ਜਿਹੜੀਆਂ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਤੇ ਤੁਹਾਨੂੰ ਬੀਜੇਪੀ ਦਾ ਸਫਾਇਆ ਹੋਇਆ, ਇਹ ਸਿਰਫ ਤੇ ਸਿਰਫ ਡਰਾਮਾ ਆ। ਇਹ ਬੇਸ਼ੱਕ ਦੀ ਉਹਨਾਂ ਨੇ ਮੈਨੇਜ ਨਹੀਂ ਕੀਤੀਆਂ, ਪਰ ਜੋ ਸਚਾਈ ਸੀ ਉਹ ਤੁਹਾਨੂੰ ਮਿਲ ਗਈ ਆ। ਕਾਂਗਰਸ ਨੂੰ ਚਲ ਗਈਆਂ, ਤੁਹਾਨੂੰ ਚਲ ਗਈਆਂ, ਬੀਐਸਪੀ ਨੂੰ। ਪਰ ਯਾਰ ਮੈਨੂੰ ਇਹ ਦੱਸੋ, ਇਹ ਜਦੋਂ ਹੈਗੀਆਂ ਹੀ ਗਲਤ ਹੈ, ਮਸ਼ੀਨਾਂ ਹੈਗੀਆਂ ਗਲਤ ਹੈ, ਤੇ ਜਦੋਂ ਬੰਗਾਲ ਚੋਂ ਨਹੀਂ ਜਿੱਤ ਜਾਣਾ ਬੀਜੇਪੀ ਨੇ, ਤੇ ਫਿਰ 2022 ਦੇ ਵਿੱਚ ਇਹਨਾਂ ਨੇ ਫੇਰ ਸਰਕਾਰ ਬਣਾ ਦੇਣੀ, 2023-24 ਦੇ ਵਿੱਚ ਫੇਰ ਸਰਕਾਰ ਬਣਾ ਜਾਣੀ ਹੈ ਸੈਂਟਰ ਦੇ ਵਿੱਚ, ਉਦੋਂ ਤੁਸੀਂ ਕਹਿਣਾ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਗਲਤ ਹੈ। ਇਹ ਕਿਉਂ ਨਹੀਂ ਇਹਨਾਂ ਨੂੰ ਮੁੱਢੋਂ ਖਾਰਜ ਕਰਦੇ ਤੇ ਛੋਟੇ ਅਹੁਦੇ ਤੁਹਾਨੂੰ ਤੇ ਉੱਪਰ ਉਹ ਤੇ ਫੇਰ ਹਿੰਦੂ ਰਾਸ਼ਟਰ ਬਣਾਊਗਾ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦਾ ਮੇਰੇ ਮਿੱਤਰੋ 100% ਬਾਈਕਾਟ ਕਰੋ। ਪੰਚਾਇਤੀ ਜ਼ਮੀਨਾਂ ਦੇ ਸੰਘਰਸ਼ ਨੂੰ ਲੈ ਕੇ ਆਓ ਕਿ ਦਲਿਤਾਂ ਨੂੰ ਦਵੋ ਪੰਚਾਇਤੀ ਜ਼ਮੀਨਾਂ, ਤਾਂ ਕਿ ਇਹ ਲੋਕ, ਗਰੀਬ ਲੋਕ ਰੋਟੀ ਖਾ ਸਕਣ ਖੇਤਾਂ ਵਿੱਚ ਕੰਮ ਕਰਕੇ। ਇਹ ਮਸਲਾ ਲੈ ਕੇ ਆਓ। ਜੇ ਕਿਸਾਨ ਜਥੇਬੰਦੀਆਂ ਨਹੀਂ ਚੱਕਦੀਆਂ ਤੇ ਪਿੰਡਾਂ ਵਿੱਚ ਚੱਕੋ, ਆਪ ਚੱਕੋ, ਪੰਜਾਬ ਲੈਵਲ ਤੇ ਚੱਕੋ, ਯੂਪੀ ਆਪਣੇ ਸਟੇਟ ਲੈਵਲ ਤੇ ਚੱਕੋ। ਇਹ ਆਪੇ ਨੈਸ਼ਨਲ ਮਸਲਾ ਬਣ ਜਾਣਾ ਤੇ ਸੰਵਿਧਾਨ ਨੂੰ ਲਾਗੂ ਕਰਨ ਦੀ ਗੱਲ ਕਰੋ। ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸਿਰਫ ਤੇ ਸਿਰਫ ਉਹਨਾਂ ਦੀ ਜਿਹੜੀ ਫਿਊਡਲ ਸੋਚ ਹੈ ਥੋੜੀ ਬਹੁਤੀ, ਉਹ ਬੇਸ਼ੱਕ ਉਹਨਾਂ ਨੇ ਗਰਾਊਂਡ ਤੇ ਕੰਮ ਕੀਤਾ, ਪਰ ਉਹਨਾਂ ਨੇ ਕਦੇ ਅੱਜ ਤੱਕ ਮਜ਼ਦੂਰਾਂ ਲਈ ਕੰਮ ਨਹੀਂ ਕੀਤਾ। ਮਜ਼ਦੂਰਾਂ ਦੇ 8 ਘੰਟੇ ਦੇ 12 ਘੰਟੇ ਕੰਮ ਕਰ ਦਿੱਤਾ। ਕਿਉਂ? ਜੇ ਆਪਾਂ MSP ਦੀ ਗੱਲ ਕਰਦੇ ਆ, ਮਿਨੀਮਮ ਸਪੋਰਟਿੰਗ ਪ੍ਰਾਈਸ ਦੀ, ਫਸਲਾਂ ਦੀ, ਕੀ ਮਜ਼ਦੂਰ ਦੀ ਮਜ਼ਦੂਰੀ ਨਹੀਂ ਮਿੱਥੀ ਜਾ ਸਕਦੀ? ਕਿ ਮਿਨੀਮਮ ਪ੍ਰਾਈਸ ਜੋ ਮਿਨੀਮਮ ਲੇਬਰ ਹੈ ਉਹ ਨਹੀਂ ਮਿੱਥੀ ਜਾ ਸਕਦੀ? ਘੱਟੋ ਘੱਟ 30,000 ਇੱਕ ਬੰਦੇ ਦੀ ਇਨਕਮ ਹੋਣੀ ਚਾਹੀਦੀ ਆ। ਘੱਟੋ ਘੱਟ 30-40,000 ਇੱਕ ਬੰਦੇ ਦੀ ਲੇਬਰ ਹੋਣੀ ਚਾਹੀਦੀ ਆ ਮਹੀਨੇ ਦੀ। ਜਿਹੜੇ ਗਟਰਾਂ ਵਿੱਚ ਵੜਦੇ ਸਾਡੇ ਭਰਾ, ਗਟਰਾਂ ਵਿੱਚ ਵੜਦੇ ਆ ਤੇ ਉਹ ਮਰ ਜਾਂਦੇ ਨੇ, ਉਹਨਾਂ ਦਾ ਕੋਈ ਇਲਾਜ ਨਹੀਂ, ਉਹਨਾਂ ਦਾ ਸ਼ੋਸ਼ਣ ਕਰਦੇ ਆ, ਕਿ ਉਹਨਾਂ ਦੀ ਜਿਹੜੀ ਕਿ ਦੂਜੀ ਆ ਲੇਬਰ ਆ ਉਹ ਮਿੱਥੀ ਨਹੀਂ ਜਾਣੀ ਚਾਹੀਦੀ। ਉਹਨਾਂ ਦੀ 40-50,000 ਰੁਪਈਆ ਮੰਥਲੀ ਇਨਕਮ ਹੋਵੇ, ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ, ਗੁਜ਼ਾਰਾ ਹੋ ਸਕੇ, ਤੇ ਨਾਲੇ ਲੋਕੀ ਵੱਧ ਤੋਂ ਵੱਧ ਅਪਲਾਈ ਕਰੂਗੇ ਵੀ ਹਾਂ ਵੀ ਇਹ ਤਾਂ ਵੀ ਪ੍ਰੋਫਿਟੇਬਲ ਜੌਬ ਹੈ। ਇੱਕ ਕੰਮ ਗੰਦਾ, ਇੱਕ ਪੈਸੇ ਘੱਟ, ਇਹ ਕਿੱਥੇ ਲਿਖਿਆ ਆ? ਇਹ ਉਹਨਾਂ ਦੇ ਲਈ ਵੀ ਕਿਸਾਨਾਂ ਨੇ ਸੋਚਣਾ। ਅੱਜ ਕਿਸਾਨ, ਅਦਰ ਬੈਕਵਰਡ ਕਲਾਸਿਸ ਦੇ ਲੋਕ ਗਰਾਊਂਡ ਤੇ ਆਏ ਆ। ਇਹ ਕਦੇ ਇਹਨਾਂ ਨੇ ਦਲਿਤਾਂ ਦੀ ਮਦਦ ਨਹੀਂ ਕੀਤੀ, ਪਰ ਦਲਿਤਾਂ ਨੂੰ ਨੌਲੇਜ ਆ, ਉਹ ਤੁਹਾਡੀ ਮਦਦ ਕਰਦੇ ਆ। ਪਰ ਕੀ ਕਿਸਾਨਾਂ ਨੂੰ ਉਹਨਾਂ ਦੇ ਹੱਕਾਂ ਲਈ ਲੜਨ ਦੀ ਲੋੜ ਨਹੀਂ ਹੈਗੀ? ਕਿਸਾਨਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਕਦੋਂ ਲੜਨਾ? ਇਹ 3 ਮੰਗਾਂ ਪੂਰੀਆਂ ਹੋ ਗਈਆਂ, ਤੁਸੀਂ ਘਰ ਜਾ ਕੇ ਬਹਿ ਜਾਓਗੇ ਤੇ ਬਾਕੀ ਸੀਰੀ ਫੇਰ ਰੱਖਣਾ ਸ਼ੁਰੂ ਕਰ ਦੋਗੇ ਲੋਕਾਂ ਨੂੰ। ਵਿਆਹੋ ਵੀ ਭਾਈ ਸਾਡੇ ਸੀਰੀ ਲੱਗੋ, ਤੁਹਾਡੀਆਂ ਬੇਟੀਆਂ ਦੇ ਵਿਆਹ ਕਰ ਦੇਵਾਂਗੇ ਤੇ ਗਾਹਾਂ ਬੱਚਿਆਂ ਨੂੰ ਪੜ੍ਹਾਇਓ, ਚਾਹੇ ਨਾ ਪੜ੍ਹਾਇਓ, ਰਹਿਣ ਦਿਓ। ਜੇ ਤੁਸੀਂ ਭਾਲਦੇ ਆ ਫਸਲ ਦਾ ਮੁੱਲ, ਤਾਂ ਮੇਰੇ ਵੀਰੋ ਦਿਹਾੜੀਦਾਰ ਦਾ ਵੀ ਤੁਹਾਡੀ ਉਹਦਾ ਪਤਾ ਕਰੋ ਵੀ ਉਹਦੀ ਦਿਹਾੜੀ ਕਿੰਨੀ ਹੋਣੀ ਚਾਹੀਦੀ ਆ, ਉਹਨੂੰ ਮੰਥਲੀ ਕਿੰਨਾ ਦੇਣਾ ਚਾਹੀਦਾ, ਉਹ ਵੀ ਮਿੱਥੋ, ਤਾਂ ਕਿ ਉਹਦੇ ਬੱਚੇ ਵੀ ਪੜ੍ਹ ਸਕਣ, ਉਹਦੇ ਬੱਚੇ ਵੀ ਰੋਟੀ ਖਾ ਸਕਣ। ਤੇ ਲਿਆਓ ਸਾਰੇ ਮਸਲੇ। ਇਲਾਜ ਕਰਾਉਣ ਲਈ ਤੁਹਾਨੂੰ ਜ਼ਮੀਨਾਂ ਵੇਚਣੀਆਂ ਪੈਂਦੀਆਂ ਤੇ ਗਰੀਬ ਨੂੰ ਘਰ ਬੈਠ ਕੇ ਮਰਨਾ ਪੈਂਦਾ। ਉਹ ਮਰ ਜਾਂਦੇ ਨੇ, ਉਹਨਾਂ ਕੋਲ ਕੋਈ ਪੈਸਾ ਨਹੀਂ ਹੁੰਦਾ ਤੇ ਨਾ ਉਹਨਾਂ ਨੂੰ ਉਧਾਰਾ ਮਿਲਦਾ। ਤੇ ਇਹ ਵੀ ਤੁਹਾਡਾ ਫੰਡਾਮੈਂਟਲ ਰਾਈਟ ਹੈ। ਤੁਹਾਨੂੰ ਕਿਉਂ ਨਹੀਂ ਹਸਪਤਾਲ ਤੁਹਾਡੇ ਇਲਾਜ ਹੁੰਦੇ? ਤੁਹਾਨੂੰ ਦਵਾਈ ਕਿਉਂ ਮੁੱਲ ਲੈਣੀ ਪੈਂਦੀ ਆ? ਬਾਹਰਲਿਆਂ ਦੇਸ਼ਾਂ ਨੂੰ ਲੋਕੀ ਕਿਉਂ ਆਉਂਦੇ ਆ? ਬਾਹਰਲਿਆਂ ਦੇਸ਼ਾਂ ਨੂੰ ਇਸੇ ਕਰਕੇ ਆਉਂਦੇ ਆ ਕਿ ਇੱਥੇ ਫੰਡਾਮੈਂਟਲ ਰਾਈਟ ਹੈ। ਜੇ ਕੋਈ ਜੌਬ ਆ ਨਾ, ਉਹ ਮਿਨੀਮਮ ਕਹਿੰਦਾ ਮਤਲਬ ਉਹਨੂੰ ਜੌਬ ਹੈਗੀ ਆ, ਪਰ ਉਹਦੀ ਇੰਨੀ ਇਨਕਮ ਹੈ ਨਹੀਂ, ਉਹਦਾ ਵੀ ਇਲਾਜ ਫਰੀ। ਜਿਹੜਾ ਬਿਲਕੁਲ ਨਹੀਂ ਕੰਮ ਕਰਦਾ ਉਹਨੂੰ ਰੋਟੀ, ਕੱਪੜਾ ਔਰ ਮਕਾਨ ਹੈ। ਕਹਿੰਦਾ ਮਤਲਬ ਜੋ ਬੇਸਿਕ ਨੀਡਸ ਆ ਉਹ ਇੱਥੇ ਲੋਕਾਂ ਨੂੰ ਹੈਗੀਆਂ, ਜਿਸ ਕਰਕੇ ਸਾਡੇ ਲੋਕ ਇੱਥੇ ਆ ਕੇ ਤਰੱਕੀ ਕਰ ਜਾਂਦੇ ਆ। ਪਰ ਇੰਡੀਆ ਵਿੱਚ ਕਿਉਂ ਨਹੀਂ? ਕਿਉਂਕਿ ਇੰਡੀਆ ਵਿੱਚ ਮੇਰੇ ਵੀਰੋ ਤੁਹਾਨੂੰ ਗੁਲਾਮ ਬਣਾਇਆ ਵਿਦੇਸ਼ੀ ਰਾਜ ਕਰਦਾ।
ਜਿਹੜਾ ਉਹ ਬ੍ਰਾਹਮਣ ਹੈ ਇਹ ਯਹੂਦੀ ਆ, ਇਹ ਬੁੱਤ ਪੂਜਕ ਲੋਕ ਨੇ, ਇਹ ਇਜ਼ਰਾਈਲ ਤੋਂ ਆਏ ਲੋਕ ਨੇ। ਇਹ ਤੁਹਾਨੂੰ ਜਾਤ ਪਾਤ ਵਿੱਚ ਵੰਡ ਕੇ ਔਰ ਜਾਤੀ ਵਿਵਸਥਾ ਵਿੱਚ ਨਫ਼ਰਤ ਕਰਕੇ ਔਰ ਊਚ ਨੀਚ ਕਰਕੇ ਤੁਹਾਨੂੰ ਕੱਲਿਆਂ ਕੱਲਿਆਂ ਨੂੰ ਕੁੱਟਦੇ ਨੇ ਔਰ ਕੱਲਿਆਂ ਕੱਲਿਆਂ ਦੇ ਹੱਕ ਮਾਰਦੇ ਨੇ। ਬਲਾਤਕਾਰ ਹੁੰਦੇ ਨੇ। ਇਹ ਪਹਿਲਾਂ ਬਲਾਤਕਾਰ ਇਜ਼ਰਾਈਲ 'ਚ ਹੁੰਦੇ ਸੀ, ਉਹਨੂੰ ਇਜ਼ਰਾਈਲ ਨੂੰ ਕਨਾਨ ਕਹਿੰਦੇ ਸੀ। ਉੱਥੇ ਇਹਨਾਂ ਦਾ ਬਲਾਤਕਾਰਾਂ ਦਾ ਦੇਵਤਾ ਸੀ, ਉੱਥੇ ਵੀ ਮੰਦਿਰ ਬੜੇ ਉਸਰੇ ਸੀ। ਪਰ ਉਹਨਾਂ ਲੋਕਾਂ ਨੇ ਜੋ ਕੱਲੇ ਯਹੋਵਾ ਨੂੰ ਮੰਨਦੇ ਸੀ, ਗੋਡ ਨੂੰ ਮੰਨਦੇ ਸੀ, ਇੱਕ ਪਰਮੇਸ਼ਰ ਨੂੰ ਮੰਨਦੇ ਸੀ, ਬੁੱਤ ਪੂਜਕ ਦੇ ਖਿਲਾਫ ਸੀ, ਉਹਨਾਂ ਲੋਕਾਂ ਨੇ ਇਹਨਾਂ ਨੂੰ ਮਾਰਿਆ, ਵੱਢਿਆ, ਕਟਿਆ, ਲੱਖਾਂ ਦੀ ਤਾਦਾਦ 'ਚ ਉੱਥੋਂ ਕੱਢ ਦਿੱਤੇ ਸੀ। ਤੇ ਹੌਲੀ ਹੌਲੀ ਇਹ ਭਾਰਤ ਵਿੱਚ ਟਹਿ ਗਿਆ ਕਿ ਤੁਹਾਡੇ ਤੇ ਕਬਜ਼ਾ ਕਰ ਲਿਆ ਔਰ ਤੁਹਾਨੂੰ ਜਾਤੀ ਵਿਵਸਥਾ ਵਿੱਚ ਵੰਡ ਕੇ ਤੁਹਾਡੇ ਤੇ ਰਾਜ ਕਰ ਰਹੇ ਨੇ। ਇਹ ਅੰਬੇਡਕਰਾਈਜ਼ ਲੋਕਾਂ ਤੋਂ ਕਲਾਸਾਂ ਲਵੋ, ਆਪਣਾ ਇਤਿਹਾਸ ਪੜ੍ਹੋ, ਇਤਿਹਾਸ ਨਾਲ ਜੁੜੋ। ਗੁਰੂ ਸਾਹਿਬਾਨ ਨੇ, 35 ਮਹਾਂਪੁਰਸ਼ਾਂ ਨੇ ਕਿਉਂ ਤੁਹਾਡਾ ਸਿੱਖਣਾ ਧਰਮ ਬਣਾਇਆ, ਕਿਉਂ ਦਸਤਾਰ ਦਿੱਤੀ, ਕਿਉਂ ਕਿਰਪਾਨ ਦਿੱਤੀ? ਕਿਉਂਕਿ ਦਸਤਾਰ ਵੀ ਤੁਹਾਡਾ ਫੰਡਾਮੈਂਟਲ ਰਾਈਟ ਆ। ਇਹ ਜੰਗਲ ਤੋਂ ਆਈ ਆ ਦਸਤਾਰ, ਘਾਹ ਫੂਸ ਦੀਆਂ ਦਸਤਾਰਾਂ ਪਹਿਨਦੇ ਸੀ, ਤੇ ਤਲਵਾਰ ਵੀ ਜੰਗਲ ਤੋਂ ਆਈ ਆ। ਤੁਸੀਂ ਆਪਣੀ ਰੱਖਿਆ ਦੇ ਲਈ ਤੇ ਪੱਥਰ ਦੀਆਂ ਤਲਵਾਰਾਂ ਲਈ ਫਿਰਦਾ ਸੀ ਇਨਸਾਨ। ਇਹ ਤੁਹਾਡੇ ਫੰਡਾਮੈਂਟਲ ਰਾਈਟ ਨੇ, ਤੁਹਾਡੇ ਮੌਲਿਕ ਅਧਿਕਾਰ ਨੇ, ਤੁਹਾਡੇ ਸਰੀਰਾਂ ਨਾਲ ਜੁੜੀਆਂ ਚੀਜ਼ਾਂ ਨੇ। ਇਹ ਤਾਂ ਬ੍ਰਾਹਮਣ ਨੇ ਇਹ ਤੁਹਾਨੂੰ ਅਧਿਕਾਰ ਖਤਮ ਕਰ ਦਿੱਤੇ ਸੀ ਤੇ ਗੁਰੂ ਸਾਹਿਬਾਨ ਨੇ ਲੈ ਕੇ ਦਿੱਤੇ। ਹੁਣ ਤੁਹਾਡੀਆਂ ਜ਼ਮੀਨਾਂ ਫੇਰ ਖੋਣੀਆਂ ਚਾਹੁੰਦਾ ਬੰਦਾ ਸਿੰਘ ਬਹਾਦਰ ਵੇਲੇ। ਇਹ ਜ਼ਮੀਨਾਂ ਆਪਾਂ ਵਾਪਸ ਲਈਆਂ ਸੀ, ਕਬਜ਼ੇ ਕੀਤੇ ਸੀ, ਹੁਣ ਇੱਕ ਫੇਰ ਖੋਣਾ ਚਾਹੁੰਦਾ। ਤੇ ਤੁਸੀਂ ਕਿਉਂ ਨਹੀਂ ਜਾਗਦੇ? ਤੁਸੀਂ ਕੱਲੀ ਜ਼ਮੀਨਾਂ ਦੀ ਕਿਉਂ ਗੱਲ ਕਰਦੇ ਆ? ਤੁਹਾਨੂੰ ਨੌਲੇਜ ਕਿਉਂ ਨਹੀਂ? ਤੁਹਾਨੂੰ ਸੰਵਿਧਾਨ ਬਾਰੇ ਕਿਉਂ ਨਹੀਂ ਪਤਾ? ਤੁਹਾਨੂੰ ਕਿਉਂ ਨਹੀਂ ਪਤਾ ਮਨੁੱਖ ਸਿਮਰਤੀ ਬਾਰੇ? ਮਨੁੱਖ ਸਿਮਰਤੀ 'ਚ ਲਿਖਿਆ ਕਿ ਸ਼ੂਦਰ ਜ਼ਮੀਨ ਨਹੀਂ ਰੱਖ ਸਕਦਾ। ਅੱਜ ਸ਼ੂਦਰਾਂ ਤੋਂ ਖੋ ਰਿਹਾ, ਪਰ ਦਲਿਤਾਂ ਨੂੰ ਪਤਾ ਇਸ ਗੱਲ ਦਾ, ਉਹ ਤੁਹਾਡੇ ਬਰਾਬਰ ਤੇ ਖੜੇ ਆ। ਤੇ ਤੁਸੀਂ ਦਲਿਤਾਂ ਬਾਰੇ ਕਿਉਂ ਨਹੀਂ ਖੜਦੇ? ਤੁਸੀਂ ਕਿਉਂ ਨਹੀਂ ਜਿਹੜੇ ਸਫਾਈ ਮਜ਼ਦੂਰ ਆ ਉਹਨਾਂ ਦੀ ਜਿਹੜੀ ਤਨਖਾਹ ਦਾ ਕਹਿੰਦੇ ਵੀ ਇਹਨਾਂ ਦੀ ਇੰਨੀ ਤਨਖਾਹ ਹੋਣੀ ਚਾਹੀਦੀ ਆ, 40-50 ਹਜ਼ਾਰ ਇੱਕ ਬੰਦੇ ਦੀ, ਜਿਹੜਾ ਬੰਦਾ ਕੰਮ ਕਰਦਾ 8 ਘੰਟੇ ਉਹਦੀ ਤਨਖਾਹ ਹੋਣੀ ਚਾਹੀਦੀ ਆ। ਉਹਨਾਂ ਦੇ ਬੱਚਿਆਂ ਨੂੰ ਸਹੂਲਤਾਂ, ਉਹਨਾਂ ਦਾ ਮੈਡੀਕਲ ਫ੍ਰੀ, ਉਹਨਾਂ ਦਾ ਹੋਣਾ ਚਾਹੀਦਾ ਸਾਰਾ ਕੁਝ। ਮਜ਼ਦੂਰ ਦੀ ਵੀ ਜਿਹੜੀ ਆ ਦਿਹਾੜੀ ਮੰਥਲੀ ਉਹਦੀ ਇਨਕਮ ਇੱਥੇ ਜਾਣੀ ਚਾਹੀਦੀ ਆ, ਭਾਵੇਂ ਖੇਤ ਮਜ਼ਦੂਰ ਆ, ਭਾਵੇਂ ਜਿੱਦਾਂ ਦਾ ਮਰਜ਼ੀ ਮਜ਼ਦੂਰ ਆ, ਕਿਉਂਕਿ ਰੋਟੀਆਂ ਸਭ ਨੇ ਖਾਣੀਆਂ ਨਾ। ਇਸ ਕਰਕੇ ਮੁਫ਼ਤ ਦਾ ਸਾਥ ਨਾ ਪਾਲੋ ਕਿ ਉਦਾਂ ਹੀ ਭਾਈ ਸਾਡਾ ਸਾਥ ਦੇ ਦਿਓ, ਕਿਉਂਕਿ ਫੂਡ ਤਾਂ ਸਭ ਨੇ ਖਾਣਾ। ਇਹ ਫੂਡ ਸਾਨੂੰ ਪਤਾ ਸਾਰਿਆਂ ਨੇ ਖਾਣਾ, ਪਰ ਉਹਨਾਂ ਕੋਲ ਤਾਂ ਫੂਡ ਲੈਣ ਲਈ ਵੀ ਪੈਸੇ ਨਹੀਂ। ਲੋਕਾਂ ਕੋਲ ਤਾਂ ਉਹਨਾਂ ਕੋਲ ਤਾਂ ਜੋਬਾਂ ਹੈ ਨਹੀਂ। ਉਹਨਾਂ ਨੂੰ ਕਹੋ ਵੀ ਪੰਚਾਇਤੀ ਜ਼ਮੀਨਾਂ ਨੂੰ ਦਵੋ, ਉਹ ਵੀ ਧਰਤੀ ਤੇ ਪੱਟ-ਗੁੱਡ ਕਰਕੇ ਰੋਟੀ ਖਾਣ। ਤੇ ਜਿਹੜੇ ਬੰਦੇ ਲੇਬਰ ਕਰਦੇ ਆ ਉਹਨਾਂ ਦੀ ਤਨਖਾਹ ਬਾਰੇ ਗੱਲ ਕਰੋ, ਤੇ ਸੰਵਿਧਾਨ ਦੇ ਵਿੱਚ ਆਪਣੀ ਹਿੱਸੇਦਾਰੀ ਦੀ ਗੱਲ ਕਰੋ। 52% ਅਦਰ ਬੈਕਵਰਡ ਕਲਾਸਿਸ ਦੇ ਲੋਕ ਆ, ਤੁਹਾਨੂੰ ਜੋਬਾਂ ਮਿਲਣ। ਤੇ ਕਰਜ਼ੇ ਮਾਫੀ ਦੀ ਗੱਲ ਕਰੋ। ਕਰਜ਼ਾ ਜਿਹੜਾ ਚੜਿਆ, ਜਿਹੜੇ ਵੱਡੇ ਜਿਹੜੇ ਇੰਡਸਟਰੀਅਲਿਸਟ ਆ ਉਹਨਾਂ ਦਾ ਮਾਫ ਕੀਤਾ, ਤੁਹਾਡਾ ਕਿਉਂ ਨਹੀਂ ਮਾਫ ਕੀਤਾ? ਇਹ ਸਾਰੀਆਂ ਗੱਲਾਂ ਕਰੋ। ਇਸ ਵੇਲੇ ਮਜ਼ਦੂਰ ਜਿਹੜੇ ਆ ਤੁਹਾਡੇ ਹੱਕ 'ਚ ਨੇ। ਇਸ ਵੇਲੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਤੇ ਅਦਰ ਬੈਕਵਰਡ ਕਲਾਸਿਸ ਜੋ 85% ਆ, ਸਾਰੇ ਤੁਸੀਂ ਇਕੱਠੇ ਹੋਏ ਹੋ। ਮੁਸਲਮਾਨ, ਈਸਾਈ, ਸਿੱਖ, ਇਹ ਸਭ ਬੋਧੀ ਸਭ ਇਕੱਠੇ ਹੋਏ ਆ। ਇੱਕ ਜ਼ੁਲਮੀ ਆ ਜੋ 3.5% ਆ, ਉਹਦੇ ਖਿਲਾਫ ਇਕੱਠੇ ਹੋਏ ਹੋ ਤੁਸੀਂ। ਤੇ ਸਾਰੀਆਂ ਮੰਗਾਂ ਦੀ ਗੱਲ ਕਿਉਂ ਨਹੀਂ ਕਰਦੇ? ਇਹ ਦੱਸੋ। ਇਹ ਅੰਦੋਲਨ ਨੂੰ ਬੜਾ ਕਿਉਂ ਨਹੀਂ ਕਰਦੇ? ਕੱਲਾ ਹੀ ਇਸ ਕਰਕੇ ਕਿ ਰੋਟੀ ਸਾਰਿਆਂ ਨੇ ਖਾਣੀ ਹੈ, ਰੋਟੀ ਸਾਰਿਆਂ ਨੇ ਖਾਣੀ ਆ, ਤੁਸੀਂ ਅੰਦੋਲਨ ਨੂੰ ਵੱਡਾ ਕਰਨਾ ਚਾਹੁੰਦੇ ਆ। ਤੇ ਇਹ ਤਾਂ ਬਹੁਤ ਛੇਤੀ ਸੌਖਾ ਹੋ ਸਕਦਾ, ਕਿਉਂਕਿ ਤੁਹਾਡੇ ਨਾਲ ਜ਼ਿਆਦਾ ਤਾਂ ਉਹ ਤੰਗ ਹੋ ਜਿਹਨਾਂ ਕੋਲ ਜ਼ਮੀਨਾਂ ਹੈ ਹੀ ਨਹੀਂ। ਜਿਹੜੇ ਡੰਗ ਦੀ ਡੰਗ ਲੂਣ ਮਿਰਚਾਂ ਨਾਲ ਰੋਟੀਆਂ ਖਾਂਦੇ ਆ ਤੇ ਕਈ ਵਾਰੀ ਰੋਟੀ ਉਹਨਾਂ ਨੂੰ ਮਿਲਦੀ ਨਹੀਂ, ਉਹ ਤਾਂ ਤੁਹਾਡੇ ਨਾਲ ਜ਼ਿਆਦਾ ਦੁਖੀ ਆ। ਉਹਨਾਂ ਦੇ ਹੱਕਾਂ ਦੀ ਵੀ ਗੱਲ ਕਰੋ। ਗੁਰੂ ਸਾਹਿਬਾਨ ਨੂੰ, 6ਵੇਂ ਪਾਤਸ਼ਾਹ ਨੂੰ ਜਦੋਂ ਰਾਜੇ ਨੇ ਕਹਿ ਦਿੱਤਾ ਸੀ ਭਾਈ ਅਸੀਂ ਤੁਹਾਨੂੰ ਆਜ਼ਾਦ ਕਰਦੇ ਆ ਤਾਂ ਤੁਹਾਨੂੰ ਛੱਡਦੇ ਆ, ਉਹ ਕਹਿੰਦੇ ਨਹੀਂ ਮੈਂ ਤਾਂ ਨਹੀਂ ਜਾਣਾ। ਇਹ ਜਿਹੜੇ 52 ਬਾਕੀ ਕੈਦੀ ਕੀਤੇ ਇਹਨਾਂ ਨੂੰ ਵੀ ਛੱਡੋ, ਕਿਉਂਕਿ ਉਸ ਵੇਲੇ ਸਿੱਖਾਂ ਦਾ ਪ੍ਰੈਸ਼ਰ ਪੈ ਗਿਆ, ਬਗਾਵਤ ਉੱਠ ਖੜੀ, ਤਾਂ ਰਾਜਾ ਡਰ ਗਿਆ ਤੇ ਉਹਨੇ ਛੱਡਣਾ ਚਾਹਿਆ। ਉਹ ਕਹਿੰਦੇ ਨਹੀਂ ਇਹ 52 ਵੀ ਆਜ਼ਾਦ ਕਰੋ। ਤੇ ਅੱਜ ਜੇ ਪ੍ਰੈਸ਼ਰ ਪਾਣਾ ਮੋਦੀ ਤੇ 3.5% ਲੋਕਾਂ ਤੇ ਜਿਹੜੇ ਬਾਕੀ ਗੁਲਾਮ ਆ ਭਾਰਤ ਵਿੱਚ, ਉਹਨਾਂ ਨੂੰ ਆਜ਼ਾਦ ਕਿਉਂ ਕਰਾਉਣਾ? ਉਹਨਾਂ ਨੂੰ ਵੀ ਤੁਸੀਂ ਕਰਾਉਣਾ, ਕਿਸਾਨਾਂ ਨੇ ਕਰਾਉਣਾ। ਇਹ ਮਤ ਸੋਚੋ ਕਿ ਉਹਨਾਂ ਨੂੰ ਤੁਸੀਂ ਬੰਦੂਆ ਮਜ਼ਦੂਰ ਰੱਖ ਲਵੋਗੇ। ਉਹ ਅੱਜ ਤੱਕ ਲੜਦੇ ਆਏ ਆ, ਉਹਨਾਂ ਦੇ ਨੈਸ਼ਨਲ ਸੰਗਠਨ ਨੇ, ਉਹਨਾਂ ਨੇ ਸੰਵਿਧਾਨ ਲਿਖਿਆ, ਸੰਵਿਧਾਨ ਨੂੰ ਉਹ ਜਾਣਦੇ, ਤੁਸੀਂ ਸੰਵਿਧਾਨ ਨੂੰ ਨਹੀਂ ਜਾਣਦੇ। ਤੁਸੀਂ ਸੰਵਿਧਾਨ RSS ਦੇ ਮਗਰ ਲੱਗ ਕੇ ਪਾੜਦੇ ਆਏ ਹੋ, ਤੇ ਉਹਨਾਂ ਨੇ ਸੰਵਿਧਾਨ ਨੂੰ ਬਚਾਉਂਦੇ ਆਏ ਆ। ਉਹਨਾਂ ਤੋਂ ਸੰਵਿਧਾਨ ਬਾਰੇ ਸਿੱਖੋ, ਹੱਕਾਂ ਬਾਰੇ ਗੱਲ ਕਰੋ, ਐਜੂਕੇਸ਼ਨ ਦੀ ਗੱਲ ਕਰੋ। ਜੋ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਉਹਨੂੰ ਰੁਕਵਾਓ। ਉਹਨੂੰ ਕਹੋ ਵੀ ਹਸਪਤਾਲ ਜਿਹੜੇ ਪ੍ਰਾਈਵੇਟ ਆ
ਇਹ ਖਤਮ ਕਰਕੇ ਸਰਕਾਰੀ ਬਣਾਓ। ਜਿਹੜੇ ਪ੍ਰਾਈਵੇਟ ਸਕੂਲ ਹੈ, ਯੂਨੀਵਰਸਿਟੀਆਂ, ਇਹਨਾਂ ਨੂੰ ਬੰਦ ਕਰਕੇ ਸਰਕਾਰੀ ਬਣਾਓ। ਜੋ ਸਾਡਾ ਸਰਮਾਇਆ, ਰੇਲਵੇ, 에ਅਰਲਾਈਨ, ਜਿੰਨਾ ਵੀ ਇਨੀ ਪ੍ਰਾਈਵੇਟ ਵੇਚਿਆ ਉਹ ਸਾਰਾ ਵਾਪਸ ਲੈ ਕੇ ਆਓ। ਇਹ ਅੰਦੋਲਨ ਨੂੰ ਵੱਡਾ ਕਰ ਲਓ ਯਾਰ, ਸਾਰੇ ਲੋਕ ਗਰਾਊਂਡ ਤੇ ਆ ਜਾਣੇ ਆ। ਇਹ ਲੋਕ ਕਿੰਨੇ ਇਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨਾਲ ਜਿੱਤਿਓ ਆ। ਇਹ ਤੁਹਾਨੂੰ ਜਿੱਤ ਨਹੀਂ ਸਕਦੇ, ਇਹ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਤੁਹਾਨੂੰ ਪੰਜਾਬੀਆਂ ਨੂੰ, ਸਿੱਖ ਕੌਮ ਨੂੰ ਮਾਣ ਦਿੱਤਾ ਭਾਰਤ ਦੇ ਲੋਕਾਂ ਨੇ, ਜਦੋਂ ਕਿ ਇਹ ਬ੍ਰਾਹਮਣ ਨੇ, ਇਹ ਮਨੂਵਾਦੀਆਂ ਨੇ ਤੁਹਾਨੂੰ ਅੱਤਵਾਦੀ ਬਣਾ ਦਿੱਤਾ ਸੀ। ਤੁਹਾਨੂੰ ਖਾਲਿਸਤਾਨੀ ਕਹਿਤਾ। ਇਹ ਤਾਂ ਖਾਲਿਸਤਾਨ ਚਾਹੁੰਦੇ ਆ, ਖਾਲਿਸਤਾਨ ਵਰਸਸ ਹਿੰਦੁਸਤਾਨ ਬਣਾ ਕੇ 1984 ਦੇ ਵਿੱਚ ਤੁਹਾਨੂੰ ਮਾਰਿਆ ਇਹਨਾਂ ਨੇ, ਅੱਤਵਾਦੀ ਬਣਾ ਕੇ। ਮੁਸਲਮਾਨਾਂ ਨੂੰ ਅੱਤਵਾਦੀ ਬਣਾ ਕੇ ਮਾਰਦੇ ਆ, ਦਲਿਤਾਂ ਨੂੰ ਬਣਾ ਕੇ ਅੱਤਵਾਦੀ ਬਣਾ ਕੇ ਮਾਰ, ਆਦੀਵਾਸੀਆਂ ਨੂੰ। ਭਾਰਤ ਦੇ ਵਿੱਚ 85% ਅੱਤਵਾਦੀ ਆ, ਤੇ ਉਹੀ ਅੱਤਵਾਦੀ ਜਿਹੜੇ ਆ ਉਹ ਰਾਸ਼ਟਰਵਾਦੀ ਆ, ਉਹੀ ਅੱਤਵਾਦੀ ਦੇਸ਼ ਭਗਤ ਹੈ। ਤੇ ਜਿਹੜਾ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦਾ 3.5%, ਮਿੱਤਰੋ ਅਸਲੀ ਅੱਤਵਾਦੀ ਇਹ ਆ, ਇਹੀ ਅੱਤਵਾਦੀ ਆ। ਤੇ ਪਾਰਲੀਮੈਂਟ ਵਿੱਚ ਸਾਰੇ ਤੁਸੀਂ ਅੱਤਵਾਦੀ ਬਹਾਲਿਓ ਆ, ਪ੍ਰਗਿਆ ਠਾਕਰ ਵਰਗੇ ਬਲਾਤਕਾਰੀ ਬਿਠਾਇਓ ਆ, ਤੇ ਜਿਸ ਕਰਕੇ ਤੁਹਾਡੇ ਤੇ ਜ਼ੁਲਮ ਕਰ ਰਿਹਾ। ਤੇ ਮੋਦੀ ਨੇ ਦੇਖ ਲਓ ਕਿੰਨੇ ਮੁਸਲਮਾਨ ਮਾਰੇ ਸੀ। ਇਹ ਬਿਠਾਏ ਕਿਨੇ? ਤੁਹਾਡਾ ਕਸੂਰ ਆ, ਕਿਉਂਕਿ ਤੁਸੀਂ ਦਲਿਤਾਂ ਨੂੰ ਨਹੀਂ ਪਹਿਚਾਣਿਆ। ਪੰਜਾਬ ਦੀ ਐਗਜ਼ਾਮਪਲ ਦਿੰਦਾ, ਬਾਕੀ ਸਟੇਟਾਂ ਦੇ ਵਿੱਚ ਵੀ ਇਹੀ ਹਾਲ ਵਾ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਬਾਦਲ, BSP ਨਾਲ ਮਿਲ ਕੇ ਸਰਕਾਰ ਬਣਾ ਲੈਂਦਾ ਤਾਂ ਤੁਸੀਂ ਸੁਖੀ ਰਹਿਣਾ ਸੀ, ਕਿਉਂਕਿ BSP ਵਾਲੇ ਗੁਰੂ ਗ੍ਰੰਥ ਸਾਹਿਬ ਦਾ ਮੈਨੀਫੈਸਟੋ ਉਹਨਾਂ ਦਾ, ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਤੁਸੀਂ ਅਦਰ ਬੈਕਵਰਡ ਕਲਾਸਿਸ ਦੇ ਆ, ਉਹ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਆ। ਤੁਹਾਡੀ ਵੀ ਜਾਤ ਆ, ਉਹਨਾਂ ਦੀ ਵੀ ਜਾਤ ਆ, ਤੁਸੀਂ ਵੀ ਮੂਲ ਵਾਸੀ, ਉਹ ਵੀ ਮੂਲ ਵਾਸੀ। ਤੇ ਜਾਤ ਤਾਂ ਤੁਹਾਨੂੰ ਬ੍ਰਾਹਮਣ ਨੇ ਦਿੱਤੀ ਹੈ ਨਾ, ਤੁਸੀਂ ਤਾਂ ਭਰਾ ਆ ਸਕੇ। ਤੇ ਤੁਸੀਂ ਲੱਡੂ ਵੰਡਣ ਵਾਲੇ ਜਿਹੜੇ ਹਿੰਦੂ ਰਾਸ਼ਟਰ ਬਣਾਉਣ ਵਾਲੇ ਲੋਕ ਆ, ਬਾਦਲ ਮਗਰ ਲਾ ਕੇ ਤੁਸੀਂ ਉਹਨਾਂ ਨੂੰ ਵੋਟਾਂ ਪਾਈਆਂ। ਤੇ ਹੁਣ ਪੰਜਾਬ ਦੇ ਵਿੱਚ ਤੁਸੀਂ ਕਾਂਗਰਸ ਜਿਤਾਈ ਆ। ਸਵਾਦ ਤਾਂ ਸੀ ਜੇ BSP ਨੂੰ ਜਿਤਾਉਂਦੇ, ਜਿਹੜੇ ਕਹਿੰਦੇ ਸਾਡਾ ਗੁਰੂ ਗ੍ਰੰਥ ਸਾਹਿਬ ਮੈਨੀਫੈਸਟੋ ਆ। ਅਜੇ ਵੀ ਤੁਹਾਡੇ ਵਿੱਚ ਮਨੂਵਾਦ ਹੈ, ਅਜੇ ਐਡਾ ਮੋਰਚਾ ਲੱਗਣ ਦੇ ਬਾਵਜੂਦ ਵੀ ਤੁਸੀਂ ਸੁਧਰੇ ਨਹੀਂ, ਤੁਹਾਡੇ ਵਿੱਚ ਸੋਚ ਨਹੀਂ ਆਈ। ਕਾਮਰੇਡ ਵਰਸਸ ਸਿੱਖ ਲੜਾਈ ਬਣਾ ਕੇ ਤੁਸੀਂ ਲੋਕ ਮਰਾਉਣਾ ਚਾਹੁੰਦੇ ਆ। ਤੁਸੀਂ ਮੋਰਚੇ ਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰਦੇ ਆ, ਸਰਕਾਰ ਦਾ ਹਥਿਆਰ ਬਣਦੇ ਆ। ਮੈਂ ਨਹੀਂ ਕਹਿੰਦਾ ਕਿ 40 ਜਿਹੜੇ ਲੀਡਰ ਇਮਾਨਦਾਰ ਹੋਗੇ, ਪਰ ਜੇ ਲੱਗਦਾ ਤੁਹਾਨੂੰ ਬੇਈਮਾਨ ਹੋ, ਤੁਸੀਂ ਸੈਕੰਡ ਲੈਵਲ ਦੀ ਲੀਡਰਸ਼ਿਪ ਡਿਵੈਲਪ ਕਰੋ। ਉੱਥੇ ਜਾ ਕੇ ਲੋਕਾਂ ਨੂੰ ਕਹੋ ਵੀ ਆਪਾਂ ਮੰਨਣਾ ਇਹਨਾਂ 40 ਦਾ ਕਹਿਣਾ ਆ, ਪਰ ਜੇ ਕਿਤੇ ਇਹਦੀ ਸਰਕਾਰ ਨਾਲ ਸਮਝੌਤਾ ਕਰ ਲਿਆ ਵੀ ਇਹ ਮੰਗਾਂ ਤੋਂ ਪਿੱਛੇ ਹਟ ਗਿਆ ਤਾਂ ਅਸੀਂ ਖੜਾਂਗੇ। ਇਹ ਤਾਂ ਫਿਰ ਤਾਂ ਸਵਾਦ ਦੀ ਗੱਲ ਹੋਈ ਨਾ। ਤੁਸੀਂ ਗਰਾਊਂਡ ਤੇ ਕੰਮ ਨਹੀਂ ਕੀਤਾ ਜਿੱਦਾਂ ਉਹਨਾਂ 40 ਨੇ ਕੀਤਾ, ਜਿੱਦਾਂ ਉਹ ਸਾਰੀਆਂ 31-32 ਜਥੇਬੰਦੀਆਂ ਨੇ ਕੀਤਾ, ਤੁਸੀਂ ਨਹੀਂ ਕੀਤਾ ਗਰਾਊਂਡ ਤੇ ਕੰਮ। ਤੇ ਉਹ ਗਰਾਊਂਡ ਤੇ ਕੰਮ ਕਰਕੇ ਲੋਕਾਂ ਨੂੰ ਲਿਆ ਹੈ। ਤੁਸੀਂ ਕਾਮਰੇਡ ਵਰਸਸ ਲੜਾਈ ਬਣਾ ਕੇ, ਮੀਡੀਆ ਦਾ ਸਾਥ ਦੇ ਕੇ ਤੁਸੀਂ ਇਹ ਕੰਮ ਖਤਮ ਕਰਨਾ ਚਾਹੁੰਦੇ ਆ। ਇਹ ਤੁਹਾਡੀ ਨਲਾਇਕੀ ਆ। ਸਵਾਦ ਤਾਂ ਆਇਆ ਮੇਰੇ ਵੀਰੋ, ਆਓ ਸੈਕੰਡ ਲੈਵਲ ਦੀ ਲੀਡਰਸ਼ਿਪ, ਥਰਡ ਲੈਵਲ ਦੀ ਲੀਡਰਸ਼ਿਪ, ਫੋਰਥ ਲੈਵਲ ਦੀ ਲੀਡਰਸ਼ਿਪ ਪੈਦਾ ਕਰੋ। ਇਹ ਕਿੰਨਿਆਂ ਕੁ ਨੂੰ ਜੇਲ੍ਹਾਂ 'ਚ ਪਾਲੋਗੇ? ਤੇ ਮੰਗਾਂ ਐਡ ਕਰਾਈ ਚਲੋ, ਹੋਰ ਨਾਲ ਐਡ ਕਰਾਈ ਚਲੋ ਇੰਡੀਆ ਲੈਵਲ ਤੇ ਹੋਵੋ ਮਸ਼ਹੂਰ। ਦੱਸੋ ਲੋਕਾਂ ਨੂੰ ਸਿੱਖ ਅੱਜ ਵੀ ਰਾਜ ਭਾਗ ਕਰਨ ਦੇ ਕਾਬਲ ਹੈ। ਬੇਸ਼ੱਕ ਦੀ ਬ੍ਰਾਹਮਣ ਨੇ ਸਾਨੂੰ ਮਾਰਿਆ, ਕੁੱਟਿਆ, ਲੁੱਟਿਆ, ਸਾਡੇ ਮੁਕਾਬਲੇ ਬਣਾਏ, ਪਰ ਅਸੀਂ ਭਾਰਤ ਲੈਵਲ ਤੇ ਅੱਜ ਵੀ ਰਾਜ ਕਰਨ ਨੂੰ ਤਿਆਰ ਹਾਂ, ਕਿਉਂਕਿ ਲੋਕ ਤੁਹਾਨੂੰ ਲਾਈਕ ਕਰਦੇ ਆ। ਭਾਰਤ ਲੈਵਲ ਤੇ ਲੋਕ ਲਾਈਕ ਕਰਦੇ ਆ, ਪਰ ਤੁਸੀਂ ਜਿਹੜੇ ਮੋਹਰੇ 40 ਉਹਨਾਂ ਨੂੰ ਕਾਮਰੇਡ ਬਣਾਈ ਜਾਂਦੇ ਧੱਕੇ ਨਾਲ। ਧੱਕੇ ਨਾਲ ਤੁਸੀਂ ਉਹਨਾਂ ਨੂੰ ਕਾਮਰੇਡ ਕਹੀ ਜਾਂਦੇ, ਤੇ ਲੋਕਾਂ ਦੇ ਭਾਣੇ ਤਾਂ ਉਹ ਸਿੱਖ ਹੈ। ਇਸ ਕਰਕੇ ਆਪਣੀ ਸੋਚ ਨੂੰ ਵੱਡੀ ਕਰੋ। ਮੋਰਚੇ ਦੇ ਖਿਲਾਫ ਕੋਈ ਵੀ ਬੰਦਾ ਗੱਲ ਕਰਦਾ, ਸਾਡੇ ਲਈ ਉਹ ਗਦਾਰ ਹੈ, ਚਾਹੇ ਕੋਈ ਵੀ ਹੋਵੇ। ਤੇ ਜਿਹੜੇ ਬੰਦੇ 40 ਮੋਹਰੇ ਆ, ਜਥੇਬੰਦੀਆਂ ਜਿਹੜੀਆਂ 31-32, ਤੇ ਉਹਨਾਂ ਦੇ ਹੁਕਮ ਮੰਨਣਾ ਪੈਣਾ। ਬੇਸ਼ੱਕ ਦੀ ਉਹ ਮੰਗਾ ਹੋਰ ਨਹੀਂ ਐਡ ਕਰ ਰਿਹਾ, ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੋ ਕਿ ਹੋਰ ਐਡ ਕਰੋ, ਮੋਰਚੇ ਨੂੰ ਵੱਡਾ ਕਰੋ। ਪਰ ਉਹਨਾਂ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਲੋਕਾਂ ਨੇ ਗਰਾਊਂਡ ਤੇ ਕੰਮ ਕਰਕੇ ਉਹਨਾਂ ਨੇ MSP ਘੱਟੋ ਘੱਟ ਪੰਜਾਬ ਵਿੱਚ ਜਾਰੀ ਰੱਖੀ, ਹਰਿਆਣੇ ਵਿੱਚ ਜਾਰੀ ਰੱਖੀ MSP ਉਹਨਾਂ ਨੇ। ਭਾਰਤ ਦੇ ਦੂਜੀਆਂ ਸਟੇਟਾਂ ਵਿੱਚ MSP ਨਹੀਂ ਮਿਲਦੀ, ਪਰ ਤੁਹਾਨੂੰ ਫੇਰ ਵੀ ਦੂਜਿਆਂ ਨਾਲ ਭਾਅ ਮਿਲਦਾ ਰਿਹਾ, ਕਿਉਂਕਿ ਇਹ ਗਰਾਊਂਡ ਤੇ ਕੰਮ ਕਰਦੇ ਰਹੇ। ਕਿਤੇ ਨਾ ਕਿਤੇ ਤੁਹਾਡੇ ਵਿੱਚ ਸਿੱਖੀ ਸੋਚ ਸੀ, ਤੁਹਾਡੇ 'ਚ ਲੜਾਈ ਕਰਨ ਦਾ ਮਾਦਾ ਸੀ। ਤੇ ਅੱਜ ਉਹ
ਗਰਾਊਂਡ ਤੇ ਲੋਕਾਂ ਨੂੰ ਤਿਆਰ ਕਰਕੇ ਦਿੱਲੀ ਲੈ ਆਏ ਤੇ ਤੁਸੀਂ ਸਾਥ ਦੇਵੋ, ਤੁਸੀਂ ਸਾਥ ਦੇਵੋ। ਤੁਸੀਂ ਮਿਹਨਤ ਨਹੀਂ ਕੀਤੀ, ਪਰ ਤੁਸੀਂ ਸੈਕੰਡ ਲੈਵਲ, ਥਰਡ ਲੈਵਲ, ਫੋਰਥ ਲੈਵਲ ਦੀ ਲੀਡਰਸ਼ਿਪ ਪੈਦਾ ਕਰੋ ਵੀ 40 ਦੇ ਪਿੱਛੇ ਖੜ ਜਾਓ ਵੀ ਜੇ ਪਿੱਛੇ ਹਟੇ ਅਸੀਂ ਤੇ ਉਹਨਾਂ ਦੀ ਆਲੋਚਨਾ ਨਾ ਕਰੋ, ਉਹਨਾਂ ਦਾ ਸਾਥ ਦੇਵੋ, ਫਿਰ ਤੁਸੀਂ ਜੰਗ ਜਿੱਤੋਗੇ। ਤੇ ਮਜ਼ਦੂਰਾਂ ਨੂੰ ਸਿਰਫ ਫੋਕੇ ਪੰਪ ਦੇ ਕੇ, ਫੋਕੀਆਂ ਗੱਲਾਂ ਕਰਕੇ ਵੀ ਤੁਸੀਂ ਵੀ ਰੋਟੀ ਖਾਂਦੇ ਆ ਤਾਂ ਸਾਡਾ ਸਾਥ ਦਿਓ, ਮੈਂ ਇਹਨਾਂ ਸਹਿਮਤ ਨਹੀਂ ਹੈਗਾ। ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਹੱਕ, ਉਹਨਾਂ ਦੀ ਘੱਟੋ ਘੱਟ ਜਿਹੜੀ ਦਿਹਾੜੀ ਆ ਸਰਕਾਰ ਮਿੱਥੇ ਵੀ ਇਹਨਾਂ ਨੂੰ ਜੇ ਕਿਤੇ ਸਿਰੀ ਲੱਗਣਾ ਉਹਦਾ ਵੀ 25-30 ਹਜ਼ਾਰ ਰੁਪਈਆ ਉਹਨੂੰ ਮਿਲਣਾ ਚਾਹੀਦਾ। ਉਹਨੂੰ ਇੰਨੀਆਂ ਬੋਰੀਆਂ ਦਾਣਿਆਂ ਦੀਆਂ ਉਹਨੂੰ ਮਿਲਣੀਆਂ ਚਾਹੀਦੀਆਂ। ਇਹਦੀ ਵੀ ਗਾਰੰਟੀ ਹੋਣੀ ਚਾਹੀਦੀ ਆ। ਫਿਰ ਜਿਹੜੇ ਗਟਰਾਂ 'ਚ ਵੜਦੇ ਮਜ਼ਦੂਰ, ਉੱਥੇ ਕਹੋ ਵੀ ਨਵੀਂ ਟੈਕਨੀਕ ਲੈ ਕੇ ਆਓ, ਕਿਸੇ ਨੇ ਗਟਰਾਂ ਤੇ ਨਹੀਂ ਵੜਨਾ, ਸਿਰ ਤੇ ਗੰਦ ਦੀ ਟੋਕਰੀ ਨਹੀਂ ਚੱਕਣੀ, ਔਰ ਉਹਦੀ 40-50 ਹਜ਼ਾਰ ਰੁਪਈਆ ਤਨਖਾਹ ਮੈਥੋਂ ਜਿਹੜਾ ਸਫਾਈ ਕਰਦਾ ਰੜਕਾ ਫੜ ਕੇ। ਤੇ ਨਵੀਂ ਟੈਕਨੀਕ ਦੇ ਜਿਹੜੇ ਆ ਸਫਾਈ ਇਕਵਿਪਮੈਂਟ ਹੋਣੀ ਚਾਹੀਦੀ ਆ, ਮਸ਼ੀਨਾਂ ਹੋਣੀਆਂ ਚਾਹੀਦੀਆਂ ਗਟਰਾਂ 'ਚ ਬਣਨ ਵਾਲੀਆਂ। ਇਹਨਾਂ ਚੀਜ਼ਾਂ ਦੀ ਗਾਰੰਟੀ ਲਵੋ, ਲੋਕ ਤੁਹਾਨੂੰ ਸਲੂਟ ਕਰੂਗੇ ਵੀ ਸਿੱਖਾਂ ਨੇ ਸਾਡੀ ਲਈ ਜੰਗ ਲੜੀ ਆ। ਸਿੱਖ ਬਣੋ, ਪਿਓਰ ਬਣੋ। ਜੇ ਤੁਹਾਨੂੰ ਪ੍ਰਮਾਤਮਾ ਨੇ 40 ਲੀਡਰਸ਼ਿਪ ਦਿੱਤੀ ਆ ਤਾਂ ਤੁਸੀਂ ਪਿਓਰ ਬਣੋ, ਗਰੀਬਾਂ ਦਾ ਦੇਖੋ, ਖਿਆਲ ਕਰੋ। ਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਕਹੋ ਦਲਿਤਾਂ ਨੂੰ ਦਵੋ ਪਾਈਏ, ਦਲਿਤਾਂ ਦਾ ਕਬਜ਼ਾ ਹੋਣਾ ਚਾਹੀਦਾ। ਇਹ 'ਚ ਜਿਹੜੇ ਰੰਬੇ ਲੈ ਕੇ ਦੂਜਿਆਂ ਦੇ ਖੇਤਾਂ ਵਿੱਚ ਗਾਲਾਂ ਖਾਂਦੇ ਆ, ਹੰਕਾਰੀ ਲੋਕ ਗਾਲਾਂ ਕੱਢਦੇ ਆ ਬੀਬੀਆਂ ਨੂੰ, ਤੇ ਉਹ ਆਪਣੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਦੁਆ ਕਰਨ ਖੇਤੀ। ਇਹ ਆ ਤੁਹਾਡਾ ਅਸਲੀ ਗੱਲਾਂ। ਕੱਲਾ ਡੁਗਡੁਗੀ ਬਜਾਈ ਜਾਣੀ, ਆਜੋ ਤੁਸੀਂ ਵੀ ਰੋਟੀ ਖਾਣੇ, ਆਜੋ, ਸਾਨੂੰ ਪਤਾ ਇਸ ਕਰਕੇ ਅਸੀਂ ਵੀ ਰੋਟੀ ਖਾਂਦੇ ਆ, ਤੁਸੀਂ ਸਾਡੇ ਭਰਾ ਆ, ਸਾਨੂੰ ਪਤਾ ਇਸ ਗੱਲ ਦਾ। ਤੁਸੀਂ ਸਾਡਾ ਨਹੀਂ ਸਾਥ ਦਿੱਤਾ, ਸਾਨੂੰ ਇਹਦਾ ਵੀ ਪਤਾ ਆ। ਤੁਸੀਂ ਸੰਵਿਧਾਨ ਪੜ੍ਹਿਆ, ਸਾਨੂੰ ਇਹਦਾ ਵੀ ਪਤਾ ਆ। ਔਰ 3-4 ਹਜ਼ਾਰ ਸਾਲ ਤੋਂ ਤੁਸੀਂ ਸਾਥ ਵੀ ਬ੍ਰਾਹਮਣ ਦਾ ਦਿੱਤਾ, ਸਾਨੂੰ ਇਹਦਾ ਵੀ ਪਤਾ। ਪਰ ਹੁਣ ਤਾਂ ਤੁਹਾਨੂੰ ਬ੍ਰਾਹਮਣ ਕੁੱਟ ਰਿਹਾ, ਮੁਸਲਮਾਨਾਂ ਨੂੰ ਲੱਗ, ਸਾਈਆਂ ਨੂੰ ਲੱਗ, ਸਿੱਖਾਂ ਨੂੰ ਲੱਗ, ਬੋਧੀਆਂ ਨੂੰ ਲੱਗ। ਹੁਣ ਤਾਂ ਕੁੱਟ ਖਾਈ ਜਾਣੀ ਆ ਜਾਂ ਨਾ ਰਲਣਾ। ਇਸ ਕਰਕੇ ਇਕੱਠੇ ਹੋਣਾ ਤਾਂ ਇਕੱਠਿਆਂ ਦੀਆਂ ਮੰਗਾਂ ਐਡ ਕਰੋ, ਇਕੱਠਿਆਂ ਦੀਆਂ ਮੰਗਾਂ ਐਡ ਕਰਕੇ ਇਹ ਲੜਾਈ ਨੂੰ ਵਧਾਓ। ਤੇ ਬ੍ਰਾਹਮਣ ਬਾਣੀਆਂ ਉਹ ਆਪਣੀ ਗਿਣਤੀ ਦੇ ਮੁਤਾਬਕ ਭਾਰਤ ਵਿੱਚ ਰਹੇ, ਉਹ ਨਾ ਪ੍ਰਾਈਮ ਮਿਨਿਸਟਰ ਬਣੇ ਨਾ ਪ੍ਰੈਜ਼ੀਡੈਂਟ ਬਣੇ, ਕਿਉਂਕਿ ਉਹ ਵਿਦੇਸ਼ੀ ਆ। ਤੁਸੀਂ ਪ੍ਰਾਈਮ ਮਿਨਿਸਟਰ ਬਣੋ, ਤੁਸੀਂ ਪ੍ਰੈਜ਼ੀਡੈਂਟ ਬਣੋ। ਔਰ ਭਾਰਤ ਦਾ ਜੋ ਰਾਜ ਭਾਗ ਹੈ, ਜੋ 35 ਮਹਾਪੁਰਸ਼ਾਂ ਨੇ ਰੈਵੋਲੂਸ਼ਨ ਖੜਾ ਕੀਤਾ ਸੀ ਭਾਰਤ ਦੇ ਵਿੱਚ, ਐਜੂਕੇਸ਼ਨ ਲੈਣਾ, ਫੰਡਾਮੈਂਟਲ ਰਾਈਟ ਦੇ ਲਈ ਤੁਹਾਡੀ ਲੜਾਈ ਕੀਤੀ ਸੀ। 13 ਜੰਗਾਂ ਇਹਨਾਂ ਹਿੰਦੂਆਂ ਨਾਲ, ਰਾਜਪੂਤ ਰਾਜਾ ਨਾਲ, ਬ੍ਰਾਹਮਣਵਾਦੀ ਲੋਕਾਂ ਨਾਲ ਲੜੀਆਂ ਸੀਆਂ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ, ਬੇਗਮਪੁਰੇ ਦੇ ਲਈ, ਖਾਲਸੇ ਰਾਜ ਦੇ ਲਈ। ਉਹ ਰਾਜ ਨੂੰ ਪੈਦਾ ਕਰਨ ਦੇ ਲਈ ਤੁਹਾਡਾ ਜੋ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਭਾਰਤ ਵਿੱਚ ਰਾਜ ਹੋਣਾ ਚਾਹੀਦਾ, ਇਹਦੇ ਲਈ ਗੱਲ ਕਰੋ। ਉਹ ਵੇਦਾਂ ਸ਼ਾਸਤਰਾਂ ਦੇ ਮੁਤਾਬਕ ਤੁਹਾਨੂੰ ਗੁਲਾਮ ਕਰ ਰਿਹਾ, ਵੇਦਾਂ ਸ਼ਾਸਤਰਾਂ ਦੇ ਮੁਤਾਬਕ ਤੁਹਾਨੂੰ ਗੁਲਾਮ ਕਰ ਰਿਹਾ, ਤੁਹਾਡੇ ਤੋਂ ਜ਼ਮੀਨਾਂ ਖੋਹ ਰਿਹਾ। ਤੇ ਤੁਸੀਂ ਵੀ ਆਪਣੇ ਗ੍ਰੰਥ ਸਾਹਿਬ ਦੇ ਮੁਤਾਬਕ ਫੰਡਾਮੈਂਟਲ ਰਾਈਟ ਦੀ ਗੱਲ ਕਰੋ, ਬਰਾਬਰਤਾ ਦੀ ਗੱਲ ਕਰੋ, ਇਕੁਐਲਿਟੀ ਦੀ ਗੱਲ ਕਰੋ, ਫਰੀडम ਐਂਡ ਜਸਟਿਸ ਦੀ ਗੱਲ ਕਰੋ। ਤੁਸੀਂ ਵੀ ਲੋਕਾਂ ਨੂੰ ਦੱਸੋ ਆਪਣੇ ਬਾਰੇ। ਇਹ ਆ ਤੁਹਾਡੀ ਲੜਾਈ ਬਣਦੀ। ਇਸ ਕਰਕੇ ਮੇਰੇ ਵੀਰੋ, ਅੱਜ ਤੁਸੀਂ ਇਕੱਠੇ ਹੋਏ ਆ, ਮੋਦੀ ਦਾ ਧੰਨਵਾਦ। ਪਰ ਜੇ ਇਕੱਠੇ ਹੋਏ ਆ ਤਾਂ ਮੇਰਾ ਵੀਰੋ, ਦਲਿਤਾਂ ਦੀਆਂ ਜਿਹੜੀਆਂ ਮੰਗਾਂ ਆ, ਫੰਡਾਮੈਂਟਲ ਰਾਈਟ ਆ, ਕੱਲੀਆਂ ਦਲਿਤਾਂ ਦੇ ਨਹੀਂ, ਫੰਡਾਮੈਂਟਲ ਰਾਈਟ ਸਾਰੇ ਆ। ਸਾਰੇ ਬਿਨਾਂ ਇਲਾਜ ਤੋਂ ਮਰ ਰਹੇ ਆ, ਸਾਰੇ ਬਿਨਾਂ ਇਲਾਜ ਤੋਂ ਮਰ ਰਹੇ ਆ, ਸਾਰੇ ਭੁੱਖੇ ਮਰ ਰਹੇ ਆ ਇੰਡੀਆ ਦੇ ਵਿੱਚ। ਉਹਨਾਂ ਸਾਰਿਆਂ ਦੀ ਗੱਲ ਕਰੋ, ਸਫਾਈ ਮਜ਼ਦੂਰਾਂ ਦੀ ਗੱਲ ਕਰੋ, ਸਾਰਿਆਂ ਦੀ ਗੱਲ ਕਰੋ। ਲੈ ਕੇ ਆਓ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਖਤਮ ਕਰਨ ਦੀ ਗੱਲ ਕਰੋ। ਤੇ ਜਿਹੜੀਆਂ ਜਿੰਨੀਆਂ ਅਮੈਂਡਮੈਂਟ ਕੀਤੀਆਂ ਨੇ ਸੰਵਿਧਾਨ ਦੇ ਵਿੱਚ, ਕਾਨੂੰਨ ਨੂੰ ਤੋੜ ਕੇ ਉਹਨਾਂ ਤੇ ਬਿਠਾ ਲਓ ਕਮੇਟੀਆਂ। ਵਕੀਲ ਤੁਹਾਡੇ ਕੋਲ ਬਥੇਰੇ ਆ। ਇੱਕ ਆਪਣੀ ਐਡਵਾਈਜ਼ਰੀ ਕਮੇਟੀ ਬਿਠਾ ਲਓ ਜਿਹੜੀ ਤੁਹਾਨੂੰ ਐਡਵਾਈਜ਼ ਕਰੇ। ਤੇ ਇਹ ਸਾਰੇ ਬਣਾਓ ਵੱਡੇ ਲੈਵਲ ਤੇ। ਛੋਟਾ ਨਾ, ਛੋਟੀ ਸੋਚ ਨਾ ਸੋਚੋ, ਪੰਜਾਬ ਲੈਵਲ ਦੀ ਜਾਂ ਹਰਿਆਣੇ ਲੈਵਲ ਦੀ, ਇੰਡੀਆ ਲੈਵਲ ਦੀ ਸੋਚੋ। ਚਾਹੇ ਕਿਸੇ ਕੋਈ ਭਾਸ਼ਾ ਹੋਰ ਬੋਲਦਾ, ਚਾਹੇ ਕਿਸ ਕਿਸਾਨ ਭਾਰਤ ਦੇ ਕਿਸੇ ਕੋਨੇ ਦਾ ਵੀ ਜਿਹੜੀ ਵੀ ਭਾਸ਼ਾ ਬੋਲਦਾ, ਉਹ ਕਿਸਾਨ ਹੈ, ਉਹ ਵੀ ਇਨਸਾਨ ਹੈ। ਤੇ ਦਲਿਤਾਂ ਵਿੱਚੋਂ ਜਿਹਨਾਂ ਕੋਲ ਜ਼ਮੀਨਾਂ ਨਹੀਂ, ਉਹ ਕਿਹੜੀ ਵੀ ਭਾਸ਼ਾ ਬੋਲਦਾ, ਉਹ ਸਭ ਇਨਸਾਨ ਹੀ ਨੇ, ਤੁਹਾਡੇ ਭਰਾ ਨੇ। ਇਹ 4000 ਸਾਲ ਇਹਨਾਂ ਨੇ ਤੁਹਾਨੂੰ ਛੋਟੀਆਂ ਸਟੇਟਾਂ ਬਣਾ ਕੇ ਗੁਲਾਮ ਰੱਖਿਆ। ਇਸ ਕਰਕੇ ਤੁਹਾਡੀਆਂ ਭਾਸ਼ਾ ਵੀ ਅਲੱਗ-ਅਲੱਗ ਡਿਵੈਲਪ ਹੋਈਆਂ, ਰਲਦੀਆਂ ਮਿਲਦੀਆਂ। ਤੇ ਤੁਸੀਂ ਅਲੱਗ ਲੋਕ, ਤੁਹਾਡੀ ਜਾਤ ਵੀ ਅਲੱਗ, ਤੁਹਾਡੀ ਭਾਸ਼ਾ ਵੀ ਅਲੱਗ ਬਣਾਤੀ ਇਹਨਾਂ ਲੋਕਾਂ ਨੇ। ਪਾਲੀ ਭਾਸ਼ਾ ਖਤਮ ਕਰ ਦਿੱਤੀ, ਪਰ ਲੋਕ ਤੁਸੀਂ ਇੱਕ ਹੋ। ਲੋਕ ਤੁਸੀਂ ਇੱਕ ਹੋ। ਤੁਹਾਨੂੰ ਵੰਡਿਆ ਬਹੁਤਾ ਕਰਕੇ, ਤੁਸੀਂ ਬਹੁਤੀਆਂ ਭਾਸ਼ਾਵਾਂ ਵਿੱਚ ਵੰਡੇ ਗਏ, ਬਹੁਤਿਆਂ ਧਰਮਾਂ ਵਿੱਚ ਵੰਡੇ ਗਏ। ਹਰ ਧਰਮ ਤੁਹਾਡੀ ਆਜ਼ਾਦੀ ਲਈ ਆਇਆ, ਪਰ ਇਹਨਾਂ ਨੇ ਤੁਹਾਨੂੰ ਗੁਲਾਮ ਰੱਖਿਆ। ਇਹਨਾਂ ਨੇ ਧਰਮ ਨੂੰ ਖੜਾ ਕਰਤਾ। ਇਸਲਾਮ ਧਰਮ ਦੇ ਵਿੱਚ ਇਹਨਾਂ ਨੇ ਜਾਤ ਪਾਤ ਪੈਦਾ ਕਰਤੀ।
ਇਹਨਾਂ ਨੇ ਸਿੱਖ ਧਰਮ ਚ ਪੈਦਾ ਕਰਤੀ, ਬੋਧੀਆਂ ਚ ਪੈਦਾ, ਇਹਨਾਂ ਨੇ ਧਰਮਾਂ ਪੋਲੂਟਡ ਕਰ ਦਿੱਤੇ ਇਹਨਾਂ ਲੋਕਾਂ ਨੇ। ਇਸ ਕਰਕੇ ਇਹ ਜਿਹੜਾ ਵਾਇਰਸ ਆ ਬ੍ਰਹਮਨਿਕਲ ਵਾਇਰਸ ਬੜਾ ਖਤਰਨਾਕ ਹੈ। ਇਹਦੇ ਜਾਤ ਪਾਤ ਦੇ ਸਿਸਟਮ ਨੂੰ ਨਸ਼ਟ ਕਰਨਾ ਪੈਣਾ ਤੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਗੱਲ ਕਰੋ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ, ਏਕਤਾ ਦੀ ਗੱਲ ਕਰੋ, ਬਰਾਬਰਤਾ ਦੀ ਗੱਲ ਕਰੋ ਤੇ ਸਾਰਿਆਂ ਦੇ ਹੱਕਾਂ ਦੀ ਗੱਲ ਕਰਕੇ ਮੰਗਾਂ ਐਡ ਕਰਕੇ ਅੱਗੇ ਨੂੰ ਵਧੋ, ਤੁਹਾਡੀ ਜਿੱਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਪਾਰ, ਜੈ ਮੂਲਵਾਸੀ, ਨਮੋ ਬੁੱਧਾਏ, ਸਲਾਮ ਅਲੈਕਮ, ਜੈ ਮਸੀਹ।